प्रोग्राम स्टेट टॉक ਦੇ ਇਸ बेहद खास एपीसोड ਵਿੱਚ ਸਵਾਗਤ ਹੈ ਦਰਸ਼ਕਾਂ ਦਾ। ਇੱਕ बेहद खास ਮਹਿਮਾਨ ਦੇ ਨਾਲ ਮੁਲਾਕਾਤ ਲੈ ਕੇ ਅੱਜ ਹਾਜ਼ਰ ਹੋਏ ਹਾਂ। ਇਹ ਉਹ ਖਾਸ ਸ਼ਖਸੀਅਤ ਹੈਗੇ ਨੇ ਜੋ ਕਿ ਹੈ ਤਾਂ ਪੰਜਾਬ ਦੀ ਵਜ਼ਾਰਤ ਦੇ ਵਿੱਚ ਚੀਫ ਪਾਰਲੀਮੈਂਟਰੀ ਸੈਕਟਰੀ ਦੇ ਰੂਪ ਵਿੱਚ ਤੈਨਾਤ, ਲੇਕਿਨ ਪਿਛਲੇ ਕਈ ਮਹੀਨਿਆਂ ਤੋਂ ਇਹ ਜੋ ਕੰਮ ਕਰ ਰਹੇ ਹੈਗੇ ਨੇ ਉਸ ਲਈ ਖਾਸ ਤੌਰ ਤੇ ਇਹਨਾਂ ਨੂੰ ਕਾਫੀ ਚਰਚਾਵਾਂ ਵੀ ਮਿਲੀਆਂ ਨੇ ਤੇ ਵਿਵਾਦਾਂ ਦਾ ਵੀ ਸਬਬ ਬਣਦੇ ਆਏ ਹੈਗੇ ਨੇ, ਕਿਉਂਕਿ इन्होंने शायद वो भूमिका अदा करने की कोशिश की है जो सानू बतौर पत्रकार करनी चाहिए है। कुछ स्टिंग ऑपरेशंस ऐसे स्टिंग करके डॉक्टरों को सूबे के वो डॉक्टर जो कि प्राइवेट प्रैक्टिसां कर रहे सन, सरकारी नौकरियां दे हुंदे होए भी उन्होंने काफ़ी दुविधा विच पाया, परेशानियां दे विच पाया। साडे नाल नवजोत कौर सिद्धू हैगे ने, एक फायर ब्रांड मैंबर पार्लीमेंट दी फायर ब्रांड CPS पत्नी। नवजोत कौर सिद्धू जी बहुत बहुत स्वागत है स्ट्रेट टॉक ते। थैंक यू जी, बहुत बहुत धन्यवाद तुहाडा। दर्शकों को दस दिए भी नवजोत कौर सिद्धू दे नाल कई कंट्रोवर्सीज रिलेट होईयां हैगियां ने पिछले कुछ हफ्तियां महीनों दे विच, लेकिन इन्हां दे कुछ प्रोग्राम हैगे ने। 32 सूत्री 32 नुकाती प्रोग्राम हैगा जो कि स्टेट दे विच सेहत दी सेवावां नूं बेहतर बनाउण पक्षों लागू करना चाहते हैगे ने। 10 नुकाती प्रोग्राम इन्हां ने केंद्र सरकार दे सेहत महकमे नाल भी तोड़ रखा है एक मुहिम के रूप में। वो तमाम गल्लां बातां बारे जानकारी लांगे, लेकिन शुरुआत नवजोत सिद्धू जी मैं तुहाडे तो इस नज़रिए तो करना चाहांगा भी की कारण है भी नवजोत कौर सिद्धू ज़्यादा अपने विवादां के कारण खबरां चाह रहे हैं। नो डाउट कि तुहाडे किते गए काम नूं सराहा जा रहा है, जो तुसीं खुद उतर के डॉक्टरों के खिलाफ स्टिंग ऑपरेशन कर रहे हो उसनूं लोग एप्रीशिएट कर रहे हैं, बट एक सिग्नल भी जा रहा है भी एक सुरता नहीं हैगी है सेहत महकमे विच, सेहत मंत्री नूं पता नहीं हुंदा भी नवजोत कौर सिद्धू कदों कित्थे किस डॉक्टर दा स्टिंग ऑपरेशन कर रहे हैगे ने। सो इस तालमेल की कमी का जग ज़ाहर होना कि तुहानूं कोई किस हद तक परेशान करता है? देखो जी, सच हमेशा कहते हैं कि सच कड़वा हुंदा है। ਜਦੋਂ ਵੀ ਤੁਸੀਂ ਕੁਛ ਇਹੋ ਜਿਹਾ ਕਰਨਾ ਹੋਵੇ ਕਿ ਜਿਹੜਾ ਤੁਸੀਂ ਬਹੁਤ ਗੁਪਤ ਰੱਖਣਾ ਹੋਵੇ, ਉਹਦੇ ਵਿੱਚ ਤੁਸੀਂ ਜ਼ਿਆਦਾ ਲੋਕਾਂ ਨੂੰ ਦੱਸ ਨਹੀਂ ਸਕਦੇ ਕਿ ਤੁਸੀਂ ਕੀ ਕਰਨ ਜਾ ਰਹੇ ਹੋ, ਕਿਉਂਕਿ ਉਹ ਫਿਰ ਕਦੇ ਵੀ ਸਕਸੈਸਫੁਲ ਨਹੀਂ ਹੁੰਦਾ। ਹੁਣ ਜਿਹੜੀ ਮਿਸ਼ਨ ਮੈਂ ਲੈ ਕੇ ਚੱਲੀ ਹਾਂ, ਕਿਉਂਕਿ ਮੈਨੂੰ ਡਾਕਟਰਾਂ ਨੂੰ ਵੀ ਮੇਰੇ ਤੋਂ ਬਹੁਤ ਉਮੀਦ ਹੈ। ਅੱਜ ਦੀ ਡੇਟ ਵਿੱਚ ਡਾਕਟਰ ਵੀ ਮੈਨੂੰ ਦੇਖ ਰਹੇ ਨੇ ਕਿ ਇਹ ਡਾਕਟਰ ਹੋਣ ਦੇ ਨਾਤੇ ਸਾਨੂੰ ਕੀ ਭਲਾ ਕਰ ਸਕਦੀ ਹੈ। ਸਾਡਾ ਪੰਜਾਬ ਸੂਬਾ ਵੀ ਦੇਖ ਰਿਹਾ ਕਿ ਡਾਕਟਰ ਹੋਣ ਦੇ ਨਾਤੇ ਇਹ ਕਿਹੜੀਆਂ ਸੇਵਾਵਾਂ ਸਾਡੇ ਤੱਕ ਲੈ ਕੇ ਜਾ ਸਕਦੀ ਹੈ। ਸੋ ਮੇਰੇ ਤੇ ਕਾਫੀ ਪ੍ਰੈਸ਼ਰ ਹੈ ਇਸ ਗੱਲ ਦਾ ਕਿ ਕਿਉਂਕਿ ਮੈਨੂੰ ਪਤਾ ਹੋਣ ਦੇ ਬਾਵਜੂਦ ਮੈਨੂੰ ਪਤਾ ਹੈ ਸਾਰੀਆਂ ਗੱਲਾਂ ਦਾ ਕਿ ਕਿਵੇਂ ਮੈਂ ਅੱਛਾ ਕਰ ਸਕਦੀ ਹਾਂ, ਸਿਹਤ ਮਹਿਕਮੇ ਨੂੰ ਬਹੁਤ ਅੱਛਾ ਚਲਾ ਸਕਦੀ ਹਾਂ। ਤੇ ਮੇਰੀ ਕਾਫੀ ਜ਼ਿਆਦਾ ਧਿਆਨ ਇੱਧਰਲੇ ਪਾਸੇ ਰਹਿੰਦਾ ਹੈ ਕਿ ਹਾਂ ਮੈਂ ਇੰਨੇ ਥੋੜ੍ਹੇ ਟਾਈਮ 'ਚ ਇੰਨਾ ਡਿਫਰੈਂਸ ਪਾ ਦਾਂ, ਕਿਉਂਕਿ ਅੱਜ ਦੀ ਤਰੀਕ 'ਚ ਜੇ ਬਾਦਲ ਸਾਹਿਬ ਨੂੰ ਦੇਖਿਆ ਜਾਵੇ ਤਾਂ ਬਾਦਲ ਸਾਹਿਬ ਦੀ ਮਿਸ਼ਨ ਹੈਲਥ ਸੈਕਟਰ ਉਹ ਬੜਾ ਪਰਸਨਲੀ ਦੇਖ ਰਹੇ ਨੇ, ਤੇ ਸੁਖਬੀਰ ਭਾਜੀ ਇੱਕ ਬੜੇ ਫਾਇਰ ਬ੍ਰਾਂਡ ਲੀਡਰ ਦੀ ਤਰ੍ਹਾਂ ਕੰਮ ਕਰ ਰਹੇ ਨੇ ਕਿ ਜਿੱਥੇ ਉਹ ਇੱਕਦਮ ਚਾਹੁੰਦੇ ਨੇ ਕਿ ਹਾਂ ਹੁਣ ਡਿਫਰੈਂਸ ਦਿਖਣਾ ਚਾਹੀਦਾ ਤੇ ਪੈਣਾ ਚਾਹੀਦਾ। ਤੇ ਉਸ ਐਨਰਜੀ ਨੂੰ ਨਾਲ ਲੈਂਦੇ ਹੋਏ ਤੇ ਮੈਨੂੰ ਪਤਾ ਹੋਣ ਦੇ ਨਾਤੇ ਕਿ ਹਾਂ ਮੈਂ ਫ਼ਰਕ ਪਾ ਸਕਦੀ ਹਾਂ, ਤੇ ਮੈਂ ਆਪਣੀ ਕਨਸਨਟਰੇਟ ਕਰਦੀ ਹਾਂ ਆਪਣੀ એનર્ਜੀ ਕੰਮ ਕਰਨ ਤੇ। ਮੈਂ ਇਹਦੇ ਬਾਰੇ ਨਹੀਂ ਸੋਚਦੀ ਕਿ ਕਿਸੇ ਨੂੰ ਕਹੇ ਜਾ ਲੱਗੇਗਾ, ਉਹਦੇ ਨਾਲ ਗੱਲ ਕਰਨੀ ਹੈ ਕਿ ਨਹੀਂ। ਮੇਰੇ ਮਨ 'ਚ ਜੋ ਹੈਗਾ ਮੈਂ ਉਹਨੂੰ ਸਹੀ ਰੂਪ 'ਚ ਲਿਆਉਣਾ ਚਾਹੁੰਦੀ ਹਾਂ, ਦਿਖਾਉਣਾ ਚਾਹੁੰਦੀ ਹਾਂ ਲੋਕਾਂ ਨੂੰ, ਜਿਹੜਾ ਕਿ ਇੰਜ ਨਹੀਂ ਹੈ ਕਿ ਕਿਸੇ ਦੇ ਵੀ ਐਂਟੀ ਹੈ, ਨਾ ਐਂਟੀ ਸਰਕਾਰ ਹੈ ਨਾ ਐਂਟੀ ਡਾਕਟਰ ਹੈ। ਇਟ ਇਜ਼ ਫॉर ਦ ਪੀਪਲ। ਮੈਨੂੰ ਲੋਕਾਂ ਨੇ ਚੁਣਿਆ ਹੈ, ਮੈਂ ਲੋਕਾਂ ਲਈ ਰਿਸਪੌਂਸਿਬਲ ਹਾਂ ਕਿ ਉਹ ਲੋਕਾਂ ਨੂੰ ਸਿਹਤ ਦੇ ਨਾਲ ਜੁੜੇ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪ੍ਰੋਪਰ ਸਿਹਤ ਸੇਵਾਵਾਂ ਦੇਵਾਂ, ਜਿਹੜੀਆਂ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਬਹੁਤ ਜ਼ਿਆਦਾ ਲੈਕਿੰਗ ਨੇ ਪੰਜਾਬ ਦੇ ਵਿੱਚ। ਲੇਕਿਨ ਹਰ ਚੀਜ਼ ਦਾ ਇੱਕ ਦਾਇਰਾ ਹੁੰਦਾ, ਇੱਕ ਮਰਿਆਦਾ ਹੁੰਦੀ ਹੈ, ਇੱਕ ਪ੍ਰੋਟੋਕੋਲ ਹੁੰਦਾ ਹੈਗਾ, ਕਿਉਂਕਿ ਸਰਕਾਰੀ ਭਾਸ਼ਾ ਦੇ ਵਿੱਚ ਤੁਸੀਂ ਇੱਕ ਬਹੁਤ ਇੱਕ ਸਕਸੈਸਫੁਲ ਗਾਇਨੇਕੋਲੋਜਿਸਟ ਰਹੇ ਹੋ, ਸਪੈਸ਼ਲਿਸਟ ਹੋ ਤੁਸੀਂ। ਯੂ ਹੈਵ ਬੀਨ ਇਨਟੂ ਗਵਰਨਮੈਂਟ ਸਰਵਿਸ ਫॉर ਆਲਮੋਸਟ 2 ਡੈਕੇਡਸ, 2.5 ਦਹਾਕੇ ਤੁਸੀਂ ਕੰਮ ਕੀਤਾ। ਇੰਨੀ ਨੌਲੇਜ ਦਾ ਹੋਣਾ ਤੇ ਉਸ ਤੋਂ ਬਾਅਦ ਇੱਕ ਐਸੇ ਸਰਕਲ ਦੇ ਵਿੱਚ ਕੰਮ ਕਰਨਾ ਜਿੱਥੇ ਕਿ ਕੁਝ ਪੋਲੀਟੀਕਲ ਰਵਾਇਤਾਂ ਹੁੰਦੀਆਂ ਨੇ, ਮਰਿਆਦਾ ਹੁੰਦੀਆਂ ਨੇ। ਸਰਟਨਲੀ ਜਦੋਂ ਤੁਸੀਂ ਉਹਨਾਂ ਨੂੰ ਸਰਪਾਸ ਕਰਦੇ ਹੋ, ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਹੋ, ਯੂ ਹੈਵ ਪ੍ਰੋਬਲਮਸ, ਯੂ ਨੋ। ਭਾਵੇਂ ਲੋਕ ਤੁਹਾਡੇ ਮੂੰਹ ਤੇ ਨਾ ਕਹਿਣ ਪਾਣ, ਕਿਉਂਕਿ ਪਤਾ ਹੈ ਕਿ ਨਵਜੋਤ ਕੌਰ ਸਿੱਧੂ ਵਾਪਸ ਜਵਾਬ ਦੇ ਸਕਦੇ ਨੇ, ਲੇਕਿਨ ਇਸ ਚੀਜ਼ ਦਾ ਇਤਰਾਜ਼ ਹੁੰਦਾ, ਬੁਰਾ ਵੀ ਕਈ ਥਾਵਾਂ ਤੇ ਮਨਾਇਆ ਜਾਂਦਾ, ਇਨਕਲੂਡਿੰਗ ਯੋਰ ਡਿਪਾਰਟਮੈਂਟ, ਜਿਹਨੇ ਕਿ ਸ਼ਾਇਦ ਮਹਿਸੂਸ ਕੀਤਾ ਵੀ ਕਈ ਥਾਵਾਂ ਤੇ ਨਵਜੋਤ ਕੌਰ ਸਿੱਧੂ ਬਿਨਾਂ ਆਪਣੇ ਸੀਨੀਅਰਸ ਨੂੰ ਕੌਨਫੀਡੈਂਸ ਵਿੱਚ ਲਏ ਹੋਏ ਆਪਣੇ ਤਰੀਕੇ ਨਾਲ ਕੰਮ ਕਰਨਾ ਚਾਹ ਰਹੇ। ਸੋ ਤੁਹਾਨੂੰ ਲੱਗਦਾ ਇਸ ਸਿਸਟਮ ਦੇ ਵਿੱਚ ਇੱਕ CPS ਕੋਲ ਇੰਨੀ ਪਾਵਰਸ ਹੈਗੀਆਂ ਨੇ ਵੀ ਉਹ ਉਸ ਤਰੀਕੇ ਨਾਲ ਕੰਮ ਕਰ ਸਕੇ ਜਿਵੇਂ ਤੁਸੀਂ ਕੰਮ ਕਰਨਾ ਚਾਹ ਰਹੇ ਹੋ? नहीं, देखा जाए तो बादल साहब ने तो बहुत ज़्यादा क्लीयर किया है कि CPS को पावर्स हैगियां ने। तो मेरा मनना यह है कि मैनू वाहिगुरू ने कुर्सी दी है, तो सुखबीर भाजी ने मैनू दलेरी दी है, तो बादल साहब की विजन है कि असी हैल्थ सैक्टर नूं बहुत वधिया चलाईए।
ਤੇ ਮੇਰੀ ਮਿਸ਼ਨ ਉਹੀ ਹੈ। ਮੈਂ ਉਸ ਮਿਸ਼ਨ 'ਚ ਕਿਸੇ ਚੀਜ਼ ਨੂੰ ਆਣਾ ਨਹੀਂ ਦੇਣਾ ਚਾਹੁੰਦੀ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਅੱਛਾ ਕੰਮ ਕਰੂੰਗੀ ਤੇ ਉਹਦਾ ਕੁਝ ਨੈਗੇਟਿਵ ਹੋ ਸਕਦਾ ਹੈ, ਕਿਉਂਕਿ ਜਿੱਥੇ ਲੋਕਾਂ ਦਾ ਫਾਇਦਾ ਹੁੰਦਾ ਉੱਥੇ ਸਾਰੇ ਹੈਲਥ ਡਿਪਾਰਟਮੈਂਟ ਦੀ ਕੀਤੀ ਜਾਵੇਗੀ, ਤਾਰੀਫ ਕੀਤੀ ਜਾਵੇਗੀ ਕਿ ਤੁਸੀਂ ਹੈਲਥ ਡਿਪਾਰਟਮੈਂਟ ਨੂੰ ਬਹੁਤ ਅੱਛਾ ਕੀਤਾ। ਮੈਨੂੰ ਲੱਗਦਾ ਮੈਂ ਕੰਟਰੀਬਿਊਟ ਕਰ ਸਕਦੀ ਹਾਂ। ਮੈਂ ਆਪਣੀ એનર્ਜੀ ਵੇਸਟ ਨਹੀਂ ਕਰਨਾ ਚਾਹਨੀ ਲੋਕਾਂ ਨੂੰ ਸਮਝਾਉਣ 'ਚ ਕਿ ਮੈਂ ਕੀ ਕਰ ਸਕਦੀ ਹਾਂ। ਮੈਂ ਕਰਕੇ ਦਿਖਾਣਾ ਚਾਹੁੰਦੀ ਹਾਂ ਲੋਕਾਂ ਨੂੰ ਕਿ ਹਾਂ ਅਸੀਂ ਇਹ ਕਰ ਸਕਦੇ ਹਾਂ। ਜਿੱਥੇ ਕਿ ਕਿਉਂਕਿ ਮੇਰੇ ਨਾਲ ਡਾਕਟਰਸ ਦਾ ਵੀ ਸਾਰਾ ਤਾਲਮੇਲ ਹੈਗਾ। ਅਸੀਂ ਐਂਡ ਆਫ ਦ ਡੇ ਨੈਟ ਤੇ ਹੁੰਨੇ ਆ ਤਾਂ ਸਾਰੇ ਡਾਕਟਰਸ ਨਾਲ ਮੇਰਾ ਕੰਟੈਕਟ ਹੈਗਾ ਤੇ ਅਸੀਂ ਗੱਲ ਵੀ ਕਰਦੇ ਹਾਂ। ਮੈਨੂੰ ਪਤਾ ਵੀ ਹੈ ਕਿ ਡਾਕਟਰਸ ਨੂੰ ਕੀ ਚਾਹੀਦਾ। ਇਟਸ ਆਲਵੇਜ਼ ਰੈਸੀਪ੍ਰੋਕਲ। ਜੋ ਤੁਸੀਂ ਚੀਜ਼ ਕਰ ਰਹੇ ਹੋ, ਜੋ ਜਿਵੇਂ ਦੇ ਅਜੇ ਤੱਕ ਤੁਹਾਡੀ ਫੰਕਸ਼ਨਿੰਗ ਰਹੀ ਹੈ, ਹੈਜ਼ ਇਟ ਗੋਨ ਡਾਊਨ ਵੈਲ ਵਿਦ ਯੋਰ ਫਰੈਟਰਨਿਟੀ? ਉਹ ਡਾਕਟਰ ਜੋ ਕਿ ਤੁਹਾਡੇ ਕਲੀਗਸ ਹੋਇਆ ਕਰਦੇ, ਤੁਸੀਂ ਕਿਹਾ ਸੀ ਨਾ ਡਾਕਟਰ ਮੇਰੇ ਤੋਂ ਕਾਫੀ ਆਸਾਂ ਕਰਦੇ ਨੇ, ਲੇਕਿਨ ਇਸ ਕਿਸਮ ਦੀ ਹਵਾ ਦਾ ਵੀ ਬਣਨਾ ਵੀ ਡਾਕਟਰ ਖੌਫ ਜ਼ਿਆਦਾ ਖਾ ਰਹੇ ਹੈਗੇ ਨੇ ਕਿਉਂਕਿ ਨਵਜੋਤ ਕੌਰ ਸਿੱਧੂ ਸਟਿੰਗ ਆਪਰੇਸ਼ਨ ਕਰ ਰਹੇ ਹੈਗੇ ਨੇ, ਉਹ ਰੇਡਾਂ ਕਰ ਰਹੇ ਹੈਗੇ ਨੇ। ਸੋ ਇਸ ਹਾਲਾਤ ਦੇ ਵਿੱਚ ਆਈ ਹੈਡ ਸਪੋਕਨ ਟੂ ਦ ਹੈਲਥ ਮਿਨਿਸਟਰ। ਉਹਨਾਂ ਦਾ ਵੀ ਇੱਕ ਵਿਊ ਇਹ ਸੀਗਾ ਵੀ ਅਸੀਂ ਇੱਕ ਫੀਅਰ ਸਾਈਕੋਸਿਸ ਦਾ ਮਾਹੌਲ ਪੰਜਾਬ ਵਿੱਚ ਨਾ ਕ੍ਰੀਏਟ ਕਰੀਏ, ਜੋ ਕਿ ਸ਼ਾਇਦ ਤੁਹਾਡੇ ਕੰਮ ਕਰਨ ਦੀ ਸ਼ੈਲੀ ਜਾਂ ਪ੍ਰਣਾਲੀ ਹੈਗੀ ਹੈ ਉਹਦੇ ਜ਼ਰੀਏ ਹੋ ਰਿਹਾ ਹੈ। ਸੋ ਡੂ ਯੂ ਐਗਰੀ ਵਿਦ ਦਿਸ ਕੰਟੈਂਸ਼ਨ ਵੀ ਡਾਕਟਰ ਤੁਹਾਡੇ ਤੋਂ ਡਰਦੇ ਜ਼ਿਆਦਾ ਨੇ ਜਾਂ ਤੁਹਾਡੇ ਤੋਂ ਐਕਸਪੈਕਟੇਸ਼ਨਸ ਉਹਨਾਂ ਦੀ ਜ਼ਿਆਦਾ ਹੈਗੀਆਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ? ਬਿਲਕੁਲ ਵੀ ਡਰ ਨਹੀਂ ਹੈ। ਜਿੰਨੀਆਂ ਕੰਗ੍ਰੈਚੁਲੇਸ਼ਨਸ ਉਦੋਂ ਮੈਨੂੰ ਡਾਕਟਰਸ ਤੋਂ ਆਈਆਂ, ਉਹ ਵੀ ਸਰਕਾਰੀ ਡਾਕਟਰਸ ਤੋਂ, ਉਨੀ ਕਿਸੇ ਸਟਿੰਗ ਆਪਰੇਸ਼ਨ ਤੋਂ ਬਾਅਦ ਤੁਸੀਂ ਮੋਹਾਲੀ ਦੇ ਵਿੱਚ ਇੱਕ ਡਾਕਟਰ, ਬਿਲਕੁਲ ਉਨੀ ਕਿਸੇ ਡਿਪਾਰਟਮੈਂਟ ਤੋਂ ਨਹੀਂ ਆਈਆਂ, ਬਿਕੋਜ਼ ਡਾਕਟਰਸ ਵਰ ਗ੍ਰੇਟਫੁਲ। ਕਿਉਂਕਿ ਡਾਕਟਰ ਬਹੁਤ ਪੜ੍ਹ ਲਿਖ ਕੇ ਉੱਥੇ ਪਹੁੰਚਦਾ ਹੈ ਤੇ ਹਰ ਡਾਕਟਰ ਚਾਹੁੰਦਾ ਹੈ ਕਿ ਉਹ ਆਪਣੇ ਮਰੀਜ਼ਾਂ ਨੂੰ ਠੀਕ ਕਰੇ, ਉਹਦਾ ਇੱਕ ਨਾਮ ਹੋਵੇ। ਨਾਮ ਜਿਹੜਾ ਹੈਗਾ ਗਵਰਨਮੈਂਟ ਸੈਕਟਰ 'ਚ ਹੁੰਦਾ। ਬਹੁਤ ਐਸੇ ਡਾਕਟਰ ਹੈ ਜਿਹੜੇ ਗਵਰਨਮੈਂਟ ਸੈਕਟਰ 'ਚ ਆਪਣਾ ਬਹੁਤ ਕੁਝ ਪੁੱਟ ਇਨ ਕਰ ਰਹੇ ਹੈ। IMA ਵੱਲੋਂ, ਸਾਡੀ PCMS ਐਸੋਸੀਏਸ਼ਨ ਦੇ ਹੈੱਡ ਵੱਲੋਂ ਕਹਿੰਦੇ ਅਸੀਂ ਮੈਡਮ ਤੁਹਾਡੇ ਨਾਲ ਆ, ਕਿਉਂਕਿ 2% ਡਾਕਟਰ ਇਹੋ ਜਿਹੇ ਹੈਗੇ ਜਿਹੜੇ ਕਿ ਬੜੀ ਓਪਨਲੀ, ਦੇਖੋ ਮੇਰਾ ਇਹ ਮੰਨਣਾ ਹੈ ਕਿ ਸਰਕਾਰੀ ਨੌਕਰੀ 'ਚ ਹੋ ਕੇ ਤੁਸੀਂ 1.5 ਲੱਖ ਰੁਪਏ ਮਹੀਨਾ ਲੈ ਰਹੇ ਹੋ ਸਰਕਾਰ ਤੋਂ ਤੇ ਉਹ 6-7 ਘੰਟੇ 8 ਘੰਟੇ ਦੀ ਡਿਊਟੀ ਤਾਂ ਤੁਸੀਂ ਇਨਸਾਫ ਨਾਲ ਦਿਓ, ਉੱਥੇ ਬੈਠੋ। ਮੈਂ ਬਾਅਦ 'ਚ ਮੈਨੂੰ ਕੋਈ ਲੈਣਾ ਦੇਣਾ ਨਹੀਂ ਕਿ ਕਿਸੇ ਦੀ ਪਰਸਨਲ ਲਾਈਫ ਕੈਸੀ ਹੈ, ਉਹ ਕੀ ਕਰਦਾ ਹੈ, ਬਟ ਜਿਹੜੇ ਗਰੀਬ ਲੋਕ ਲਾਈਨਾਂ ਚਾਹੁੰਦੇ ਨੇ, 70% ਲੋਕ ਤਾਂ ਸਰਕਾਰੀ ਹਸਪਤਾਲ ਹੀ ਜਾ ਸਕਦੇ ਨੇ ਤੇ ਉੱਥੇ ਤਾਂ ਸਿੱਖਣ ਦੀ ਬਹੁਤ ਜ਼ਿਆਦਾ ਸ਼ਮਤਾ ਹੈ, ਕਿਉਂਕਿ ਤੁਹਾਡੇ ਕੋਲ ਇੰਨੇ ਪੇਸ਼ੈਂਟਸ ਨੇ। ਪ੍ਰਾਈਵੇਟ ਹਸਪਤਾਲ ਤੋਂ ਦਿਨ ਦੇ 10 ਮਰੀਜ਼ ਆਉਂਦੇ ਹੈ ਤੇ ਸਰਕਾਰੀ ਉਹੀ ਡਾਕਟਰ 150 ਮਰੀਜ਼ ਦੇਖਦਾ ਹੈ। ਸੋ ਬਹੁਤ ਸਾਰੇ ਸਰਕਾਰੀ ਡਾਕਟਰ ਸਰਕਾਰੀ ਨੌਕਰੀ 'ਚ ਇਸ ਲਈ ਨੇ ਕਿਉਂਕਿ ਆਪਣੇ ਆਪ ਨੂੰ ਉਹ ਜ਼ਿਆਦਾ ਐਕਸਪੋਜ਼ਰ ਮਿਲਦਾ ਹੈ। ਸੋ ਡਾਕਟਰ ਤਾਂ ਸਾਰੇ ਬਹੁਤ ਜ਼ਿਆਦਾ ਖੁਸ਼ ਸੀਗੇ ਕਿਉਂਕਿ 2% ਦੀ ਬਦਨਾਮੀ ਹੋਣ ਕਰਕੇ ਉਹਨਾਂ ਨੂੰ ਵੀ ਵਿੱਚ ਉਹਨਾਂ ਦਾ ਨਾਮ ਲਿੱਤਾ ਜਾਂਦਾ ਹੈ ਕਿ ਡਾਕਟਰ ਜੀ ਡਿਊਟੀ ਨਹੀਂ ਕਰਦੇ। ਪਰ ਡਾਕਟਰਸ ਦੀ ਸਮੱਸਿਆ ਨੂੰ ਸਮਝਣਾ ਜਿਹੜੇ ਲੈਵਲ ਤੇ ਮੈਂ ਸਮਝਨੀ ਆ, ਆਪਾਂ ਕਹਿੰਦੇ ਹਾਂ ਸਪੈਸ਼ਲਿਸਟ ਕੰਮ ਨਹੀਂ ਕਰਦਾ। ਸਪੈਸ਼ਲਿਸਟ ਨੂੰ VIP ਡਿਊਟੀ ਤੇ ਲਾ ਦਿੱਤਾ ਜਾਂਦਾ ਹੈ, ਜਿੱਥੇ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਬੈਠਾ ਰਹਿੰਦਾ ਹੈ। ਹਫਤੇ ਮੈਡੀਕਲ ਲੀਗਲ ਕੇਸਿਸ ਤੇ ਲਾ ਦਿੱਤਾ ਜਾਂਦਾ ਹੈ। ਕੋਈ ਵੀ ਡਾਕਟਰ ਸਪੈਸ਼ਲਿਸਟ ਡਾਕਟਰ ਚਾਹੁੰਦਾ ਹੈ, ਬੱਚੇ ਵਾਲਾ ਕਹਿੰਦਾ ਮੈਂ ਬੱਚੇ ਦੇਖਾਂ, ਡਿਲੀਵਰੀ ਵਾਲੀ ਕਹਿੰਦੀ ਹੈ ਮੈਂ ਪਹਿਲਾਂ ਹੀ ਐਮਰਜੈਂਸੀ ਡਿਊਟੀ ਕਰਦੀ ਹਾਂ, ਮੇਰੇ ਤੋਂ ਹੋਰ ਐਮਰਜੈਂਸੀ ਡਿਊਟੀਜ਼ ਕਿਉਂ ਲੈ ਰਹੇ ਹੋ? ਸੋ ਸਾਡੀ ਘਾਟ ਸੀਗੀ ਮੈਡੀਕਲ ਆਫਿਸਰਸ ਦੀ। ਹੁਣ ਅਸੀਂ ਪਹਿਲੀ ਵਾਰ ਡਾਇਰੈਕਟ ਰਿਕਰੂਟਮੈਂਟ ਕੀਤੀ ਹੈ ਮੈਡੀਕਲ ਆਫਿਸਰ ਦੀ, ਤਾਂ ਕਿ ਜਿਹੜੇ ਆਹ ਵਾਲੇ ਕੰਮ ਨੇ ਇਹ ਮੈਡੀਕਲ ਆਫਿਸਰ ਸੰਭਾਲ ਲੈਣ, ਤਾਂ ਕਿ ਸਾਡੇ ਜਿਹੜੇ ਸੀਨੀਅਰ ਡਾਕਟਰਸ ਤੇ ਉਹਨਾਂ ਤੇ ਪ੍ਰੈਸ਼ਰ ਨਾ ਪਵੇ। ਕਿਉਂਕਿ ਮੈਂ ਸਮਝਦੀ ਹਾਂ ਐਜ਼ ਅ ਸੀਨੀਅਰ ਡਾਕਟਰ, ਐਜ਼ ਅ ਸਪੈਸ਼ਲਿਸਟ ਡਾਕਟਰ, ਮੈਨੂੰ ਕੀ ਲੋੜ ਸੀਗੀ ਜਿਹੜੇ ਚੀਜ਼ਾਂ ਦੀ। ਹੁਣ ਪ੍ਰੋਬਲਮ ਕੀ ਹੈ ਕਿ ਜਦ ਤੱਕ ਹੈਲਥ ਡਿਪਾਰਟਮੈਂਟ 'ਚ ਨਾ ਹੋ ਤੁਹਾਨੂੰ ਸਮਝ ਹੀ ਨਹੀਂ ਆਉਂਦਾ। ਕਦੇ ਅਸੀਂ ਜਾ ਕੇ ਡਾਕਟਰ ਨੂੰ ਪੁੱਛਿਆ ਵੀ ਤੇਰੇ ਕੋਲ ਵੇਇੰਗ ਮਸ਼ੀਨ ਹੈ, BP ਆਪਰੇਟਸ ਹੈਗਾ, ਤੇਰਾ ਸਟੈਥੋ ਹੈਗਾ ਕਿ ਨਹੀਂ? ਉਹ ਸਮਾਨ ਤਾਂ ਆਪਾਂ ਦਿੰਦੇ ਨਹੀਂ। ਆਪਾਂ ਐਂਡ 'ਚ ਐਕਸਪੈਕਟ ਕਰਦੇ ਹਾਂ ਕਿ ਬਹੁਤ ਅੱਛਾ ਕੰਮ ਕਰੇ, ਕਿ ਉਹਦੀ ਬਿਲਡਿੰਗ ਜਿਹੜੀ ਉਹ ਬੈਠੀ ਹੈ ਉਹ ਠੀਕ ਮਾਹੌਲ ਹੈ ਕਿ ਨਹੀਂ, ਉੱਥੇ ਲਾਈਟ ਵੀ ਹੁੰਦੀ ਹੈ ਕਿ ਨਹੀਂ, ਕਿੱਥੇ ਜਨਰੇਟਰਸ ਹੈ, ਕਿੱਥੇ ਸਮਾਨ ਹੈ। ਸੋ ਥੋੜੀਆਂ ਥੋੜੀਆਂ ਚੀਜ਼ਾਂ ਪੁੱਟ ਇਨ ਕਰਨ ਦੀ ਲੋੜ ਹੈ ਜਿਹੜੀਆਂ ਕਿ ਮੈਨੂੰ ਲੱਗਦਾ ਕਿ ਹੈਲਥ ਵਿੱਚ ਹੋਣ ਦੇ ਨਾਤੇ ਮੈਨੂੰ ਸਮਝ ਹੈ। ਮੈਂ ਡਾਕਟਰਸ ਨੂੰ ਸਮਝ ਹੈ, ਆਈ ਐਗਰੀ ਵਿਦ ਯੂ, ਤੁਸੀਂ ਐਮਪੈਥਾਈਜ਼ ਕਰ ਸਕਦੇ ਹੋ, ਤੁਸੀਂ ਉਸ ਚੀਜ਼ ਨੂੰ ਸਮਝਿਆ, ਦੇਖਿਆ, ਭੋਗਿਆ, ਉਤੇ ਉਸ ਪ੍ਰਣਾਲੀ 'ਚ ਕੰਮ ਕੀਤਾ। ਬਟ ਇਹ ਸਮਝ ਉਸ ਵਕਤ ਥੋੜੀ ਫਰਸਟ੍ਰੇਟ ਕਰਦੀ ਹੈ ਜਦੋਂ ਕਿ ਤੁਸੀਂ ਬਤੌਰ ਇੱਕ CPS ਕੰਮ ਕਰਨਾ ਚਾਹੁੰਦੇ ਹੋ, ਲੇਕਿਨ ਦੇਰ ਆਰ ਲਿਮਿਟੇਸ਼ਨ ਆਫ ਰਿਸੋਰਸਿਸ, ਦੇਰ ਇਜ਼ ਅ ਲਿਮਿਟੇਸ਼ਨ ਆਫ ਵਿਲ ਆਲਸੋ। ਕਈ ਥਾਵਾਂ ਤੇ ਇੱਛਾ ਸ਼ਕਤੀ ਨਹੀਂ ਹੁੰਦੀ, ਕਈ ਥਾਵਾਂ ਤੇ ਤੁਹਾਡੀਆਂ ਪਾਵਰਸ ਬਹੁਤ ਸੀਮਿਤ ਹੈਗੀਆਂ ਨੇ। ਸੋ ਉਸ ਕਿਸਮ ਦੀ ਨੌਲੇਜ ਦਾ ਹੋਣਾ ਆਪਣੇ ਆਪ ਵਿੱਚ ਕਈ ਵਾਰ ਇੱਕ ਫਰਸਟ੍ਰੇਟਿੰਗ ਚੀਜ਼ ਵੀ ਹੋ ਸਕਦਾ ਹੈ, ਕਿਉਂਕਿ ਤੁਸੀਂ ਉਸ ਕੰਮ ਨੂੰ ਕਰਨ ਦੀ ਪੋਜੀਸ਼ਨ 'ਚ ਨਹੀਂ ਹੁੰਦੇ ਜੋ ਤੁਸੀਂ ਕਰਨਾ ਚਾਹ ਰਹੇ ਹੋ ਤੇ ਤੁਸੀਂ ਸਮਝਦੇ ਹੋ ਵੀ ਉਹਦੀ ਮਹੱਤਤਾ ਕੀ ਹੈ। ਮੈਨੂੰ ਇਹ ਗੱਲਾਂ ਫੇਸ ਨਹੀਂ ਕਰਨੀਆਂ ਪਈਆਂ ਕਿਉਂਕਿ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਿਹਾ ਕਿ ਬਾਦਲ ਸਾਹਿਬ ਦੀ ਬਹੁਤ ਮਿਸ਼ਨ ਹੈ ਹੈਲਥ। ਜਿੰਨੀਆਂ ਮੀਟਿੰਗਸ ਬਾਦਲ ਸਾਹਿਬ ਮੈਨੂੰ ਲਾਦੇ ਹਰ ਹਫਤੇ ਸਾਡੀ ਹੈਲਥ ਦੀ ਮੀਟਿੰਗ ਹੁੰਦੀ ਹੈ। ਬਟ CPS ਹੈਜ਼ ਲਿਮਿਟੇਸ਼ਨ। ਤੁਸੀਂ ਇਹ ਵੀ ਇਤਰਾਜ਼ ਜਤਾਇਆ ਸੀ ਕਿ ਵੀ ਇੱਕ ਫਾਈਲ ਤੱਕ ਜਿਹੜੀ ਹੈ ਰੂਟ ਨਹੀਂ ਕੀਤੀ ਜਾਂਦੀ, CPS ਨੂੰ ਮਿਲਣੀ ਚਾਹੀਦੀ, ਉਹਨੂੰ ਪਤਾ ਲੱਗਣਾ ਚਾਹੀਦਾ ਮਹਿਕਮੇ 'ਚ ਕੀ ਹੋ ਰਿਹਾ ਹੈ। ਇਹ ਸਾਰੀ ਚੀਜ਼ਾਂ ਐਜ਼ ਅ ਮੈਟਰ ਆਫ ਟ੍ਰੈਡੀਸ਼ਨ ਤੁਸੀਂ ਸਥਾਪਿਤ ਕਰ ਸਕਦੇ ਹੋ, ਬਟ ਕੋਈ ਕਨਸਟੀਟਿਊਸ਼ਨਲ ਵਿੱਚ ਪ੍ਰੋਵੀਜ਼ਨ ਨਹੀਂ ਹੈ। ਬਾਈ ਪਰ ਸੇ CPS ਦਾ ਆਪਣਾ ਜਿਹੜਾ ਪੋਸਟ ਹੈ ਉਹ ਵੀ ਆਪਣੇ ਆਪ 'ਚ ਇੰਨੀ ਕਨਸਟੀਟਿਊਸ਼ਨਲ ਵੈਲਿਡਿਟੀ ਉਹਦੇ ਕੋਲ ਨਹੀਂ ਹੈਗੀ, ਬਿਕੋਜ਼ ਕੁਝ ਹਾਈ ਕੋਰਟਾਂ ਨੇ ਤਾਂ ਉਹਨੂੰ ਉਸ ਤਰੀਕੇ ਨਾਲ ਮਾਨਤਾ ਹੀ ਨਹੀਂ ਦਿੱਤੀ ਹੈ। ਬਿਲਕੁਲ, ਇਹ ਮੈਂ ਜ਼ਰੂਰ ਆਫ ਕੋਰਸ ਮੇਰੀ ਲਿਮਿਟੇਸ਼ਨ ਹੈਗੀ ਹੈ, ਬਟ ਮੇਰੇ ਡਿਪਾਰਟਮੈਂਟ 'ਚ ਆਈ ਥਿੰਕ ਚੰਗਾ ਕੰਮ ਕਰਨ ਦੇ ਨਾਤੇ ਮੈਨੂੰ ਇਹ ਲਿਮਿਟੇਸ਼ਨ ਜ਼ਿਆਦਾ ਫੇਸ ਨਹੀਂ ਕਰਨੀ ਪਈ, ਕਿਉਂਕਿ ਮੇਰੀ ਹਜੇ ਤੱਕ ਕੋਈ ਐਸੀ ਗੱਲ ਨਹੀਂ ਹੈ ਜਿਹੜੀ ਨਹੀਂ ਮੰਨੀ ਗਈ, ਕਿਉਂਕਿ ਮੇਰੀ ਲੋਕਾਂ ਦੇ ਹਿੱਤ ਵਿੱਚ ਸੀਗੀ ਤੇ ਬਹੁਤ ਕਲੀਅਰ ਜੀ ਗੱਲਾਂ ਸੀਗੀਆਂ ਜਿਹੜੀਆਂ ਕਿ ਸਾਫ਼ ਹੀ ਬਹੁਤ ਜ਼ਿਆਦਾ ਚੇਂਜ ਇਨ ਦਾ ਸਿਸਟਮ ਲਿਆ ਸਕਦੀਆਂ
ਹੋਈਆਂ ਨੇ, ਸੋ ਐਸੀ ਕੋਈ ਮੈਨੂੰ ਪ੍ਰੋਬਲਮ ਫੇਸ ਨਹੀਂ ਕਰਨੀ ਪਈ। ਬਟ ਆਫ ਕੋਰਸ ਮੇਰੀ ਮਿਸ਼ਨ ਜਿਹੜੀ ਮੈਂ ਚਾਹੁੰਦੀ ਹਾਂ ਡੋਰ ਸਟੈਪ ਤੇ ਜਾ ਕੇ ਹੈਲਥ ਲੈ ਕੇ ਆਣਾ, ਜਿਹੜੇ ਕਿ ਸਾਡੇ ਡਾਕਟਰ ਸਾਡਾ ਸਾਰਾ ਸਿਸਟਮ ਵਰਕ ਕਰਨ ਨੂੰ ਤਿਆਰ ਹੈ, ਕਿਉਂਕਿ ਜੋ ਡਾਕਟਰ ਨੂੰ ਉੱਥੇ ਕੰਮ ਕਰਨ ਨੂੰ ਸਮਾਨ ਚਾਹੀਦਾ ਹੈ ਉਹੀ ਹੈ ਨਹੀਂ। ਇਹ ਨਹੀਂ ਕਿ ਵਿਲ ਪਾਰ ਨਹੀਂ ਹੈ, ਜਸਟ ਬਿਕੋਜ਼ ਸਮਾਨ ਨਹੀਂ ਹੁੰਦਾ, ਦਵਾਈ ਨਹੀਂ ਹੁੰਦੀ, ਇਸ ਲਈ ਮਰੀਜ਼ ਜਿਹੜੇ ਆ ਫਿਲਟਰ ਹੋ ਜਾਂਦੇ ਆ। ਹੁਣ ਡਾਕਟਰਸ ਵੀ ਦੁਖੀ ਹੈ ਕਿ ਕੁਐਕਰੀ ਹੈ, ਕੁਐਕਸ ਇੰਨੇ ਜ਼ਿਆਦਾ ਸਾਡੇ ਪੰਜਾਬ 'ਚ ਫੈਲ ਗਏ ਨੇ ਕਿਉਂਕਿ ਸਰਕਾਰੀ ਹਸਪਤਾਲ 'ਚ ਪ੍ਰੋਪਰਲੀ ਪੂਰਾ ਕੋਟਾ ਦਵਾਈਆਂ ਦਾ ਨਹੀਂ ਪਹੁੰਚਦਾ। ਦਵਾਈਆਂ ਨਾ ਹੋਣ ਦੇ ਕਾਰਨ ਬੰਦੇ ਕਹਿੰਦੇ ਆ ਅਸੀਂ 4 ਕਿਲੋਮੀਟਰ ਤੁਰ ਕੇ ਵੀ ਗਏ, ਡਾਕਟਰ ਵੀ ਮਿਲਿਆ, ਦਵਾਈ ਤਾਂ ਲਿਖਾ ਲਈ ਪਰ ਮਿਲੀ ਨਹੀਂ। ਉਹਦੇ ਨਾਲ ਉਹ ਪਿੰਡ ਦੇ ਕੈਮਿਸਟ ਤੋਂ ਲੈ ਲੈਂਦੇ। ਉਹਨੂੰ ਇਹ ਨਹੀਂ ਸਮਝ ਕਿ ਉਹ ਡਾਕਟਰ ਨੇ ਜਿਹੜੀ ਦਵਾਈ ਲਿਖੀ ਹੈ ਉਹ ਤਾਂ ਬਿਲਕੁਲ ਠੀਕ ਹੈ, ਉਹਨੂੰ ਠੀਕ ਕਰ ਦੂਗੀ। ਉਹ ਸੋਚਦੇ ਯਾਰ ਆਹ ਦਵਾਈ ਲਿੱਤੀ ਹੈ ਇੱਥੋਂ ਨਹੀਂ ਤਾਂ ਉੱਥੋਂ ਵੀ ਤਾਂ ਦਵਾਈ ਮਿਲ ਜਾਣੀ ਸੀ, ਪਰ ਇਹ ਨਹੀਂ ਪਤਾ ਉਹ ਤਾਂ ਬਿਮਾਰੀ ਨੂੰ ਫੜ ਰਹੇ ਨੇ। ਇੱਥੇ ਦਵਾਈ ਜਨਰਲ ਦਿੱਤੀ ਗਈ ਹੈ ਜਿਹੜੀ ਕਿ ਹੋਰ ਤੁਹਾਡੀ ਸਿਹਤ ਨੂੰ ਖਰਾਬ ਕਰ ਦੇਗੀ। ਸੋ ਮੇਰਾ ਇਹੀ ਲੜਾਈ ਹੈ ਕਿ ਜਿਹੜੀ ਅਸੀਂ ਬਹੁਤ ਸਕਸੈਸਫੁਲ ਵੀ ਹੋਏ ਹਾਂ, ਫਸਟ ਤੋਂ ਸਾਡੇ ਕੋਲ ਅਬੰਡੈਂਟ ਦਵਾਈਆਂ ਆ ਜਾਣਗੀਆਂ। ਕੈਂਸਰ ਵਾਲੇ ਵੀ ਅਸੀਂ ਕਿਉਂਕਿ CPS ਹੋਣ ਦੇ ਨਾਤੇ, ਹੈਲਥ ਸੈਕਟਰ ਨੂੰ ਜਾਣਨ ਦੇ ਨਾਤੇ, ਮੇਰਾ ਫਸਟ ਕੁਐਸਚਨ ਬਾਲ ਸਾਹਿਬ ਦੇ ਕੋਲ ਮੈਂ ਇਹੀ ਉਠਾਇਆ ਸੀ ਕਿ ਕੈਂਸਰ ਦੇ ਮਰੀਜ਼ਾਂ ਦੀ ਫਾਈਲ ਬਹੁਤ ਲੰਬਾ ਚੱਲਦੀ ਹੈ। ਜਦੋਂ ਮਰੀਜ਼ ਦਾਖਲ ਹੁੰਦਾ ਹੈ ਉਦੋਂ ਅਸੀਂ ਉਹਨੂੰ ਪੈਸੇ ਨਹੀਂ ਦੇ ਪਾਉਂਦੇ, ਉਹਨੂੰ ਜੇਬ 'ਚੋਂ ਖਰਚਣੇ ਪੈਂਦੇ, ਉਹ ਭੱਜ ਜਾਂਦਾ ਕਿਉਂਕਿ ਉਹਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ। ਬਾਦਲ ਸਾਹਿਬ ਨੇ ਇਮੀਡੀਏਟਲੀ ਉਹਨੂੰ ਕੱਟ ਆਫ ਕਰਤਾ ਸਾਰੇ ਚੈਨਲ ਨੂੰ, ਇਹ ਕਹਿਤਾ ਕਿ ਪੈਸੇ ਉੱਥੇ ਪਹੁੰਚਣਗੇ। ਲੈਟ ਦ ਲੋਕਲ ਡਾਕਟਰਸ ਡਿਸਾਈਡ ਵੀ ਉਹ ਬੰਦੇ ਨੂੰ ਪੈਸੇ ਦੀ ਲੋੜ ਹੈ, ਪਹਿਲੀ ਦਵਾਈ ਹੀ ਉਹ ਸਰਕਾਰ ਵੱਲੋਂ ਮਿਲੇ। ਸੋ ਅਸੀਂ ਬਹੁਤ ਕੁਝ ਡਿਫਰੈਂਸ ਪਾ ਰਹੇ ਹਾਂ। ਜੈਨਰਿਕ ਦਵਾਈਆਂ ਅਸੀਂ ਇੰਨੀਆਂ ਚਲਾ ਦੇਣੀਆਂ। ਮੈਂ ਇੱਥੇ ਦੁਬਾਰਾ ਆਵਾਂਗਾ ਕਿਉਂਕਿ ਇੱਕ ਬਹੁਤ ਲੰਬਾ ਚੌੜਾ ਤੁਹਾਡਾ ਪ੍ਰੋਗਰਾਮ ਹੈ। ਜੈਨਰਿਕ ਦਵਾਈਆਂ ਦੇ ਮੁਤਲਕ ਬੜਾ ਇੱਕ ਇੰਪੋਰਟੈਂਟ ਆਪਾਂ ਕਹਿ ਸਕਦੇ ਮਾਈਲਸਟੋਨ ਹੈ ਜੋ ਕਿ ਅਚੀਵ ਇੱਕ ਤਰੀਕੇ ਨਾਲ ਕੀਤਾ ਗਿਆ ਨੈਸ਼ਨਲ ਪੱਧਰ ਤੇ ਵੀ, ਉਹਦੇ ਵਿੱਚ ਵੀ ਇਹਨਾਂ ਦੀ ਆਪਣੀ ਭੂਮਿਕਾ ਰਹੀ ਹੈ। ਨਵਜੋਤ ਕੌਰ ਸਿੱਧੂ, ਚੀਫ ਪਾਰਲੀਮੈਂਟਰੀ ਸੈਕਟਰੀ ਹੈਲਥ ਪੰਜਾਬ ਦੇ ਨਾਲ ਸਾਡੀ ਗੱਲਬਾਤ ਬ੍ਰੇਕ ਤੋਂ ਬਾਅਦ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਸਟੇ ਟਾਕ ਪ੍ਰੋਗਰਾਮ ਵਿੱਚ ਸਵਾਗਤ ਹੈ। ਸਾਡੀ ਗੱਲਬਾਤ ਜਾਰੀ ਹੈ ਨਵਜੋਤ ਕੌਰ ਸਿੱਧੂ ਹੋਣਾ ਦੇ ਨਾਲ ਜੋ ਕਿ ਪਾਰਲੀਮੈਂਟਰੀ ਸਕੱਤਰ ਹੈਗੇ ਨੇ, ਮੁੱਖ ਪਾਰਲੀਮੈਂਟਰੀ ਸਕੱਤਰ ਸਿਹਤ ਵਿਭਾਗ ਦੇ, ਤੇ ਧਰਮ ਪਤਨੀ ਵੀ ਹੈਗੇ ਨੇ ਸਾਂਸਦ ਨਵਜੋਤ ਸਿੱਧੂ ਸਾਹਿਬ ਦੇ। ਸਿੱਧੂ ਜੀ, ਤੁਸੀਂ ਕਿਹਾ ਵੀ ਮੈਂ 10 ਨੁਕਾਤੀ ਪ੍ਰੋਗਰਾਮ ਕੇਂਦਰ ਤੋਂ ਐਕਸਪੈਕਟ ਕਰ ਰਹੀ ਹਾਂ, 32 ਨੁਕਾਤੀ ਮੇਰਾ ਪ੍ਰੋਗਰਾਮ ਸਟੇਟ ਤੋਂ ਐਕਸਪੈਕਟਡ ਹੈ। ਉਹਦੇ 'ਚ ਇਜ਼ ਇਟ ਅ ਵਿਸ਼ਫੁਲ list of expectations or are they realistic targets to be achieved? No, they are very realistic targets ਕਿਉਂਕਿ ਇਹ ਟਾਰਗੇਟਸ ਅਸੀਂ ਅਚੀਵ ਕਰਾਂਗੇ। ਉਹਨਾਂ ਚੋਂ ਅਸੀਂ ਬਹੁਤ ਸਾਰੇ ਚੈਨਲਸ ਤੇ ਮੂਵ ਵੀ ਕਰ ਚੁੱਕੇ ਹਾਂ ਕਿਉਂਕਿ ਅੱਜ ਤੱਕ ਹਿਸਟਰੀ 'ਚ ਨਹੀਂ ਹੋਇਆ ਜਿੱਥੇ ਪਲੇਸਮੈਂਟ ਹੋਣ ਲੱਗੀ ਹੈ। ਡੈਂਟਲ ਡਾਕਟਰਸ ਦੀ ਵੀ ਪਲੇਸਮੈਂਟ ਹੋਈ। ਹੁਣ 1 ਤਰੀਕ ਤੋਂ ਸਪੈਸ਼ਲਿਸਟ ਡਾਕਟਰਸ ਨੂੰ ਵੀ ਪੁੱਛਿਆ ਜਾਏਗਾ ਕਿ ਤੁਸੀਂ ਕਿੱਥੇ ਪਲੇਸ ਆਫ ਪੋਸਟਿੰਗ ਸੈੱਟ ਹੋਣਾ ਚਾਹੁੰਦੇ ਹੋ। ਅਸੀਂ ਇੱਕ ਗਰੁੱਪ ਸਪੈਸ਼ਲਿਸਟ ਡਾਕਟਰਾਂ ਨੂੰ ਇਨਕੋਰਪੋਰੇਟ ਕਰ ਪਾਣਾ ਆਪਣੇ ਸਿਸਟਮ ਦੇ ਵਿੱਚ ਬੜਾ ਔਖਾ ਲੱਗ ਰਿਹਾ ਸੀ ਕਿਉਂਕਿ ਸ਼ਾਇਦ ਉਹਨਾਂ ਦੀ ਪੇ ਸਕੇਲ, ਉਹਨਾਂ ਦੇ ਕਾਡਰ ਐਸੇ ਸੀਗੇ, ਸਿਸਟਮ ਐਸਾ ਸੀਗਾ ਵੀ ਅਸੀਂ ਅਟਰੈਕਟ ਨਹੀਂ ਕਰ ਪਾ ਰਹੇ ਸੀ ਸਪੈਸ਼ਲਿਸਟ ਨੂੰ। ਸੋ ਵਾਟ ਹੈਪਨਡ, ਹੋਇਆ ਕਿ ਪ੍ਰੈਕਟੀਕਲੀ ਕਿਵੇਂ ਪੋਸੀਬਲ ਹੋ ਪਾਇਆ? ਵਾਜ਼ ਇਟ ਅ ਕੰਟੀਨਿਊਇੰਗ ਪ੍ਰੋਸੈਸ ਜਿਹਦੇ ਤਹਿਤ ਕਿ ਉਹਦੀ ਅਸੀਂ ਮੈਚੂਰੇਸ਼ਨ ਅੱਜ ਵੇਖੀ ਹੈ ਜਦੋਂ ਤੁਸੀਂ ਸਪੈਸ਼ਲਿਸਟ ਡਾਕਟਰ ਆਪਣੇ ਮਹਿਕਮੇ 'ਚ ਲਿਆਏ, ਜਾਂ ਉਹਦੇ ਲਈ ਕੋਈ ਸਪੈਸ਼ਲ ਐਫਰਟਸ ਰਹੀਆਂ? ਨਹੀਂ, ਅਸੀਂ ਹਜੇ ਸਪੈਸ਼ਲ ਐਫਰਟਸ ਦੇ ਰਸਤੇ 'ਚ ਹਾਂ। ਅਸੀਂ ਹਜੇ ਤੱਕ ਉਹਨਾਂ ਨੂੰ ਉਹ ਪ੍ਰੋਵਾਈਡ ਨਹੀਂ ਕਰ ਸਕੇ ਕਿਉਂਕਿ ਮੈਡੀਕਲ ਆਫਿਸਰਸ ਦੀ ਭਰਤੀ ਅਸੀਂ ਹੁਣ 17 ਤਰੀਕ ਤੋਂ ਸ਼ੁਰੂ ਕੀਤੀ ਹੈ ਜਿਹੜੀ ਕਿ ਵਾਕ ਇਨ ਇੰਟਰਵਿਊਜ਼ ਨੇ। ਜਦੋਂ ਉਹ ਆ ਜਾਣਗੇ ਇਨਫ, ਅਸੀਂ VIP ਡਿਊਟੀਜ਼ ਤੇ ਹੋਰ ਸਟ੍ਰੈਸ ਵਾਲੀਆਂ ਡਿਊਟੀਜ਼, ਮੈਡੀਕਲ ਲੀਗਲ ਡਿਊਟੀਜ਼ ਸੀਨੀਅਰ ਡਾਕਟਰਸ ਤੋਂ ਹਟਾ ਦਾਂਗੇ ਤਾਂ ਕਿ ਉਹ ਆਪਣੀ ਇਮਾਨਦਾਰੀ ਨਾਲ ਡਿਊਟੀ ਕਰ ਸਕਣ। ਜਿਹੜੇ ਡਿਫਿਕਲਟ ਏਰੀਆਜ਼ ਡਾਕਟਰਸ ਕੰਮ ਕਰ ਰਹੇ ਹੈ ਉਹਨਾਂ ਦੇ ਵਿੱਚ 5000 ਰੁਪਏ ਮਹੀਨਾ ਐਕਸਟਰਾ ਉਹਨਾਂ ਨੂੰ, ਤੇ ਬਹੁਤ ਜ਼ਿਆਦਾ ਡਿਫਿਕਲਟ ਏਰੀਆਜ਼ ਕਰ ਰਹੇ ਹੈ 10000 ਰੁਪਏ ਐਕਸਟਰਾ ਉਹਨਾਂ ਨੂੰ। ਸੋ ਜੇ ਅਸੀਂ ਡਾਕਟਰਾਂ ਨੂੰ ਉਹ ਵਾਲਾ ਚੈਨਲ ਹਟਾ ਦਈਏ ਜਿਸ 'ਚ ਉਹਨਾਂ ਨੂੰ ਤਕਲੀਫਾਂ ਸਹਿਣੀਆਂ ਪੈਂਦੀਆਂ ਨੇ, 4 9 14 ਹੈ, ਉਹਦੇ ਲਈ ਉਹਨਾਂ ਨੂੰ 10 ਗੇੜੇ ਕੱਢਣੇ ਪੈਂਦੇ ਆ। ਅਸੀਂ ਕਹਿ ਰਹੇ ਹਾਂ ਅਸੀਂ ਡੋਰ ਸਟੈਪ ਤੇ ਤੁਹਾਡਾ ਕੰਪਿਊਟਰਾਈਜ਼ ਕਰਕੇ ਤੁਹਾਡਾ ਚੋਇਸ ਆਫ ਸਟੇਸ਼ਨ, ਤੁਸੀਂ ਜਿੱਥੇ ਕੰਮ ਕਰਨਾ ਚਾਹੁੰਦੇ ਹੋ ਐਜ਼ ਸਪੈਸ਼ਲਿਸਟ ਤੁਸੀਂ ਉੱਥੇ ਕੰਮ ਕਰੋ, ਤੁਹਾਨੂੰ ਸਟੇਸ਼ਨ ਚੋਇਸ ਦਾ ਮਿਲੇਗਾ, ਤੁਹਾਨੂੰ ਤਨਖਾਹ ਜ਼ਿਆਦਾ ਮਿਲੇਗੀ, ਤੁਹਾਡੀ ਬਾਕੀ ਡਿਊਟੀਆਂ ਕੱਟੀਆਂ ਜਾਣਗੀਆਂ। ਸੋ ਆਈ ਥਿੰਕ ਉਹਦੇ ਨਾਲ ਫਿਰ ਇੱਕ ਡਾਕਟਰ ਦੀ ਸਭ ਤੋਂ ਵੱਡਾ ਹਥਿਆਰ ਹੁੰਦਾ ਉਹਦੇ ਇੰਸਟਰੂਮੈਂਟਸ ਤੇ ਉਹਦੇ ਕੋਲ ਦਵਾਈਆਂ। ਮੈਂ ਸਾਰਾ ਦਵਾਈ ਡਾਇਗਨੋਸ ਤਾਂ ਕਰ ਲਿਆ ਪਰ ਜੇ ਮੈਂ ਉਹਨੂੰ ਦਵਾਈ ਨਹੀਂ ਦਿੱਤੀ ਤਾਂ ਮਰੀਜ਼ ਨਾ ਖੁਸ਼ ਜਾਂਦਾ। ਤਾਂ ਇੰਨੀ ਅਬੰਡੈਂਟ ਦਵਾਈ ਅਸੀਂ ਪ੍ਰੋਵਾਈਡ ਕਰ ਦੇਣੀ ਹੈ ਜਿਹਦੇ ਵਿੱਚ ਮੈਂ ਡਾਇਰੈਕਟ ਫਾਰਮਾਸਿਊਟੀਕਲ ਕੰਪਨੀ ਮਿਸਟਰ ਕਾਲਾ ਹੈਗੇ ਦਿੱਲੀ, ਉਹਨਾਂ ਦੇ ਨਾਲ ਮੇਰੀਆਂ 3-4 ਮੀਟਿੰਗਸ ਹੋ ਚੁੱਕੀਆਂ। ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਇਹ ਮਹੀਨੇ ਦੇ ਅਖੀਰ ਤੱਕ 400 ਦਵਾਈਆਂ ਉਹ ਮੈਨੂੰ ਜੈਨਰਿਕ ਜਨ ਔਸ਼ਧੀ ਸਟੋਰਸ ਤੇ ਦੇ ਦੇਣਗੇ। ਜਦੋਂ ਮੈਂ ਉਹ 23 ਜਨ ਔਸ਼ਧੀ ਸਟੋਰ ਚਲਾਤੇ, ਹੁਣ ਪਹਿਲਾਂ ਕੀ ਹੁੰਦਾ ਸੀ ਕਿ ਜਨ ਔਸ਼ਧੀ ਸਟੋਰ ਖੁੱਲੇ, ਜੈਨਰਿਕ ਦਵਾਈਆਂ ਬਹੁਤ ਆਈਆਂ, ਤੇ ਜਦੋਂ ਲੱਗਿਆ ਕਿ ਇਹ ਤਾਂ ਸਾਰੇ ਜੈਨਰਿਕ ਦਵਾਈਆਂ ਲੈ ਲੈਂਦੇ ਆ ਤੇ ਕੈਮਿਸਟ ਦਾ ਜਿਹੜਾ ਨੈਕਸਸ ਸੀ ਉਹਨਾਂ ਨੇ ਕੀ ਕੀਤਾ ਕਿ ਉਹ ਦਬਾਤੀਆਂ ਜੈਨਰਿਕ ਦਵਾਈਆਂ, ਉਹਨਾਂ ਨੂੰ ਐਕਸਪਾਇਰ ਕਰਕੇ ਵਾਪਸ ਭੇਜਤਾ ਤੇ ਆਪ ਦੂਜੀਆਂ ਦਵਾਈਆਂ ਰੱਖ ਲਈਆਂ। ਇਹ ਪ੍ਰੋਬੇਬਿਲਿਟੀ ਰਿਪੀਟ ਨਹੀਂ ਹੋ ਸਕਦੀ, ਇਹਦੀ ਕੀ ਗਾਰੰਟੀ ਹੈਗੀ? ਕਿਉਂਕਿ ਬੜਾ ਵੱਡਾ ਨੈਕਸਸ ਹੈ, ਇੱਕ ਬੜਾ ਵੱਡਾ ਫਾਰਮਾਸਿਊਟੀਕਲ ਇੰਡਸਟਰੀ ਹੈ ਜਿਹਦੇ ਵਿੱਚ ਬੜੇ ਵੈਸਟਡ ਇੰਟਰਸਟ ਹੈਗੇ ਨੇ ਐਂਡ ਇੱਕ ਬਹੁਤ ਵੱਡੀ ਲੌਬੀ, ਇਟਸ ਅ ਮਲਟੀ ਮਿਲੀਅਨ ਇੰਡਸਟਰੀ ਜੋ ਕਿ ਉਹਦੇ ਪਿੱਛੇ ਬੈਕ ਕਰ ਰਹੀ ਹੈ। ਉਸ ਹਾਲਾਤ ਦੇ ਵਿੱਚ ਇੱਕ CPS ਜਾਂ ਇੱਕ ਗਵਰਨਮੈਂਟ ਜਾਂ ਇੱਕ ਸਟੇਟ ਦਾ ਸਿਹਤ ਮਹਿਕਮਾ ਕਿੰਨੀ ਕੁ ਵੱਡੀ ਫੋਰਸ ਹੋ ਸਕਦਾ ਹੈ ਜੈਨਰਿਕ ਦਵਾਈਆਂ
ਨੂੰ ਬ੍ਰਾਂਡਡ ਦੇ ਉੱਤੇ ਪ੍ਰੈਫਰੈਂਸ ਦਿਵਾਉਣ ਦੇ ਵਿੱਚ ਸਟੇਟ ਦੇ ਮੈਡੀਕਲ ਸਿਸਟਮ ਦੇ ਵਿੱਚ? ਦੇਖੋ ਇੰਨੀ ਵੱਡੀ ਲੜਾਈ ਸੀ, ਉਹ ਤਾਂ ਦਿੱਲੀ ਤੋਂ ਹੀ ਜਿੱਤ ਲਈ। ਦੈਟ ਇਜ਼ ਅ ਯੂਨੀਫਾਰਮ ਡਰੱਗ ਪਾਲਿਸੀ ਫॉर ਇੰਡੀਆ, ਜਿਹਦੇ ਵਿੱਚ ਸਾਰੀ ਸਟੇਟਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਹੜੇ ਨਵੇਂ ਲਾਇਸੈਂਸ ਇਸ਼ੂ ਹੋਣਗੇ ਜਾਂ ਰਿਪੀਟ ਹੋਣਗੇ ਜੈਨਰਿਕ ਨਾਮ ਤੇ ਹੀ ਹੋਣਗੇ। ਤੁਸੀਂ ਅੱਗੇ ਉਹਨੂੰ ਬ੍ਰਾਂਡ ਜਾਂ ਟ੍ਰੇਡ ਨੇਮ ਤੇ ਵੇਚ ਸਕਦੇ ਹੋ, ਪਰ ਜਿਹੜਾ ਲਾਇਸੈਂਸ ਹੈ ਉਹ ਜੈਨਰਿਕ ਦਵਾਈ ਤੇ ਮਿਲੇਗਾ। ਸੋ ਉਹ ਵੀ ਜਿਹੜੇ ਕੱਟਸ ਨੇ ਅੱਗੇ ਪਿੱਛੇ ਵਾਲੇ ਉਹ ਸਾਰੇ ਨਿਕਲ ਗਏ। ਉਹੀ ਮਲਟੀਨੈਸ਼ਨਲ ਕੰਪਨੀਜ਼ ਹੁਣ ਉਹ ਆਪ ਹੀ ਤਿਆਰ ਨੇ ਆ ਕੇ ਆਪਣਾ SCSR ਜਿਹਨੂੰ ਕਹਿੰਦੇ ਨੇ ਆਪਣਾ ਕਮਿਊਨਿਟੀ ਸਰਵਿਸ ਫੰਡ ਜਿਹੜਾ ਯੂਜ਼ ਕਰਦੇ ਨੇ, ਉਹਦੇ ਨਾਲ ਡਿਫਰੈਂਟ ਸਕੀਮਸ ਲੈ ਕੇ ਆਉਂਦੇ। ਜਿਵੇਂ ਕਿ ਹੁਣ ਮੈਂ ਐਗਜ਼ਾਮਪਲ ਦਿੰਦੀ ਹਾਂ, ਮੈਂ ਅੰਮ੍ਰਿਤਸਰ 'ਚ ਇੱਕ ਪਾਇਲਟ ਸਟੱਡੀ ਕਰਨ ਲੱਗੀ ਹਾਂ, ਜਿਹਦੇ ਵਿੱਚ ਅਸੀਂ ਅੰਮ੍ਰਿਤਸਰ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਹਰ ਘਰ ਦੇ ਵਿੱਚ ਨੌਕ ਕਰਨਾ ਹੈ। ਜਿਹੜਾ ਸਾਡਾ 1 ਦਸੰਬਰ ਤੋਂ ਲਾਂਚ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ, ਉਹ ਵੀ ਵਿੱਚ ਹੀ ਐਡ ਹੁਣ ਹੋਏਗਾ, ਜਿਹੜਾ ਕਿ ਅਸੀਂ ਪ੍ਰੀ ਕੈਂਸਰ ਡਿਟੈਕਸ਼ਨ ਦੇ ਕੈਂਪਸ ਹੋਲਡ ਕਰ ਰਹੇ ਹਾਂ। ਜਿਵੇਂ ਅਸੀਂ ਪੋਲੀਓ ਲਈ ਘਰ ਘਰ ਜਾਂਦੇ ਹਾਂ, ਅਸੀਂ ਕੁਐਸਚਨੇਅਰ ਤਿਆਰ ਕਰਵਾਇਆ PGI ਤੇ ਏਮਸ ਦੇ ਡਾਕਟਰਸ ਦੇ ਨਾਲ, ਜਿਹੜੇ ਕੁਐਸਚਨੇਅਰ ਤੋਂ ਬਾਅਦ अर्ਲੀ ਸਾਈਨਸ ਆਫ ਕੈਂਸਰ ਡਿਟੈਕਟ ਕਰ ਲਾਂਗੇ, ਪਰ ਅਸੀਂ ਹਰ ਘਰ 'ਚ ਜਾਣਾ ਹੈ ਉਹ ਕੁਐਸਚਨ ਪੁੱਛਣ। ਹੁਣ ਅਸੀਂ ਕੰਪਾਈਲ ਕੀ ਕੀਤਾ, ਮੈਂ ਅੱਜ ਦੀ ਡੇਟ ਜਿਹੜਾ ਪਾਇਲਟ ਪ੍ਰੋਜੈਕਟ ਅਸੀਂ 23 ਨਵੰਬਰ ਨੂੰ ਲਾਂਚ ਕਰਨਾ ਹੈ, ਜਿਹਦੇ ਨਾਲ ਇੱਕ ਸਪਿਰਿਚੁਅਲ ਕੰਪੋਨੈਂਟ ਹੈ, ਇੱਕ ਹੈਲਥ ਕੰਪਾਰਟਮੈਂਟ ਹੈ। ਹੈਲਥ ਦੇ ਵਿੱਚ ਨਾਲ ਐਜੂਕੇਸ਼ਨ ਇਨਵੋਲਵਡ ਹੈ, ਨਾਲ ਪੁਲਿਸ ਡਿਪਾਰਟਮੈਂਟ ਹੈ। ਹੁਣ ਇਹਦੇ ਵਿੱਚ ਕੀ ਹੈ, ਇੱਕ ਪਾਸੇ ਤਾਂ ਡਾਕਟਰਸ ਆਣਗੇ, ਸਾਈਕੈਟ੍ਰਿਸਟ, ਉਹ ਸਾਡੇ MOs ਨੂੰ ਟ੍ਰੇਨ ਕਰਨਗੇ, ਤੇ ਜਿਹੜੀਆਂ ANMs ਹੈ ਹਾਊਸ ਟੂ ਹਾਊਸ ਜਾਣਗੀਆਂ। ਇੱਕ ਤਾਂ ਅਸੀਂ ਕ੍ਰੋਨਿਕ ਡਿਜ਼ੀਜ਼ਸ ਪਹਿਚਾਨਾਂਗੇ, ਬੰਦੇ ਨੂੰ ਕੋਈ ਇੰਟਰਸਟ ਨਹੀਂ ਜੇ ਆਪਾਂ ਇੱਕ ਗੱਲ ਕਹੀਏ ਵੀ ਤੇਰੇ ਕੈਂਸਰ ਦਾ ਡਿਟੈਕਟ ਕਰ ਲਿਆ, ਨਹੀਂ। ਅਸੀਂ ਬਲੱਡ ਪ੍ਰੈਸ਼ਰ, ਡਾਇਬੀਟੀਜ਼, HIV, ਹੈਪੇਟਾਈਟਸ C, ਹੈਪੇਟਾਈਟਸ B ਸਾਰਿਆਂ ਦੇ ਟੈਸਟ ਕਰਾਂਗੇ ਹਰ ਬੰਦੇ ਤੇ। ਹਰ ਘਰ 'ਚ ਉਹਨਾਂ ਦਾ ਇੱਕ ਹੈਲਥ ਕਾਰਡ ਬਣੇਗਾ। ਨੋਵਾਰਟਿਸ ਕੰਪਨੀ ਮੇਰੇ ਨਾਲ ਆ ਰਹੀ ਹੈ, ਜਿਹੜੀ ਕਿ ਆਰੋਗਯ ਪਰਿਵਾਰ ਕਰਦੀ ਹੈ। ਇਹ ਸਸਟੇਨਿੰਗ ਸਿਸਟਮ ਹੋਏਗਾ। ਉਹ 80 ਪਿੰਡਾਂ ਦੇ ਕਲਸਟਰ ਲਈ ਇੱਕ ਆਪਣਾ ਹੈਲਥ ਐਜੂਕੇਟਰ ਤੇ ਡਰੱਗ ਸੁਪਰਵਾਈਜ਼ਰ ਛੱਡ ਕੇ ਆਏਗੀ। ਉਹ ਇਨਸ਼ੋਰ ਕਰਨਗੇ ਕਿ ਉੱਥੇ ਡਰੱਗਸ 100% ਹਮੇਸ਼ਾ ਸਪਲਾਈ ਰਵੇ, ਜਿਹੜੀ ਕਿ ਜੈਨਰਿਕ ਹੈ। ਸੋ ਜਦੋਂ ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਦਵਾਈ ਠੀਕ ਹੈ, ਇੱਕ ਉਹ ਹੈਲਥ ਕਾਰਡ ਬਣਾ ਕੇ ਦੇਣਗੇ ਤੇ ਉਹ ਚੈਨਲਾਈਜ਼ ਕਰਨਗੇ ਕਿ ਕੁਐਕਸ ਨੂੰ ਛੱਡ ਕੇ ਤੁਸੀਂ ਆਹ ਸਰਕਾਰੀ ਡਾਕਟਰ ਤੁਹਾਡੇ ਨੇੜੇ ਹੈਗਾ ਤੇ ਤੁਸੀਂ ਇੱਥੇ ਜਾਣਾ ਹੈ, ਇੱਥੋਂ ਦਵਾਈ ਲੈਣੀ ਹੈ, ਇੱਥੋਂ ਦਿਖਾਣਾ ਹੈ, ਆਪਣਾ ਡਾਇਗਨੋਸ ਕਰਾਣਾ ਹੈ, ਉੱਥੇ ਵੀ ਦਵਾਈ ਮਿਲੇਗੀ, ਨਹੀਂ ਮਿਲੇਗੀ ਬਾਕੀ ਆ ਕੇ ਪਿੰਡ 'ਚੋਂ ਮਿਲ ਜਾਏਗੀ। ਸਕੀਮ ਪ੍ਰੋਜੈਕਟ ਕੋਈ ਸੈਂਟਰਲ ਸਕੀਮ ਦੇ ਅੰਡਰ ਹੈਗਾ ਔਰ ਕਿਵੇਂ ਹੈ, ਹਾਊ ਹੈਜ਼ ਇਟ ਬੀਨ ਕਨਸੀਵਡ? ਇਹ ਸੈਂਟਰਲ ਦੀਆਂ ਸਾਰੀਆਂ ਪਾਲਿਸੀਜ਼ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਤੇ ਮੈਂ ਆਪਣੀਆਂ ਸਟੇਟ ਦੀਆਂ ਸਾਰੀ ਪਾਲਿਸੀਜ਼ ਨੂੰ ਦੇਖਦੇ ਹੋਏ ਮੈਂ ਐਜ਼ ਅ ਪਾਇਲਟ ਸਟੱਡੀ ਆਪਣੇ ਹਲਕੇ 'ਚ ਕਰਨ ਜਾ ਰਹੀ ਹਾਂ, ਜਿਹੜਾ ਕਿ ਮੈਂ ਪਲਾਨ ਕੀਤਾ ਕਿ ਸਕੂਲ ਹੈਲਥ ਅਸੀਂ ਕਰਦੇ ਹਾਂ, ਪਰ ਇੱਕ ਮਾਸ ਸਕੇਲ ਅਸੀਂ ਅਵੇਅਰਨੈਸ ਲੈ ਕੇ ਚੱਲਾਂਗੇ। ਹੁਣ ਡਰੱਗ, ਇਹ ਮੇਨ ਹੈ ਡਰੱਗ ਡੀ ਐਡਿਕਸ਼ਨ ਦਾ। ਹੁਣ ਅਸੀਂ ਇਸ ਦੇ 'ਚ ਕੈਂਪਸ ਲਾਣੇ ਹੈ, ਪਰ ਇਹਦੇ 'ਚ ਕੈਂਪਸ ਕਿਵੇਂ ਲਾਣੇ ਹੈ ਕਿ ਮੈਂ ਪਿੰਡ 'ਚ ਜਾਊਂਗੀ। ਸਾਡੀਆਂ 9 ਟੀਮਾਂ, ਅੰਮ੍ਰਿਤਸਰ ਦੇ 9 ਹਲਕੇ ਹੈ, ਸਾਡੀਆਂ 9 ਟੀਮਾਂ ਇੱਕ ਟਾਈਮ ਤੇ 9 ਦੇ 9 ਹਲਕਿਆਂ 'ਚ ਕੰਮ ਕਰਨਗੀਆਂ। ਉਹਦੇ ਵਿੱਚ ਹਰ ਘਰ 'ਚ ਜਾਣਗੀਆਂ, ਪਿੰਡਾਂ ਦੇ ਵਿੱਚ ਟੀਮਸ ਰਹਿਣਗੀਆਂ। 2 ਹਫ਼ਤੇ ਦਾ ਕੋਰਸ ਹੋਏਗਾ। ਉੱਥੇ ਡਰੱਗ ਡੀ ਐਡਿਕਸ਼ਨ ਦੇ ਕੈਂਪਸ ਲੱਗਣਗੇ, ਜਿੱਥੇ ਯੋਗਾ, ਪ੍ਰਾਣਾਯਾਮਾ, ਬਰੀਥਿੰਗ ਕ੍ਰਿਆ ਤੇ ਨਾਲ ਹੀ ਉਹਨਾਂ ਨੂੰ ਸਪਿਰਿਚੁਅਲ ਕੰਪੋਨੈਂਟ, ਵੈਲਬੀਇੰਗ ਦੀ ਗੱਲ ਹੈਗੀ। ਇਟਸ ਮੋਰ ਅਬਾਊਟ ਇਟਸ ਅ ਸਪਿਰਿਚੁਅਲ ਕੰਪੋਨੈਂਟ ਪਲੱਸ health component that you have a ਪੂਰਾ ਕਾਰਡ ਆਫ yours। ਸੋ ਜਿਹਨਾਂ ਨੂੰ ਡਰੱਗਸ ਨਹੀਂ ਹੈ, ਹਰ ਘਰ 'ਚ ਤਾਂ ਨਹੀਂ ਜ਼ਰੂਰੀ ਹੈ ਕਿ ਡਰੱਗਿਸਟ ਹੋਵੇ। ਸੋ ਉਹਨਾਂ ਨੂੰ ਹੋਊਗਾ ਸਾਡੀ ਸਿਹਤ ਡਾਇਗਨੋਸ ਹੋ ਜੂ, ਸਾਡਾ ਬਲੱਡ ਪ੍ਰੈਸ਼ਰ ਡਾਇਗਨੋਸ ਹੋ ਜੂ, ਉਹ ਹੀ ਹੋ ਜੂ, ਪਲੱਸ ਆਈ ਮੀਟ them। ਉਹਦੇ ਨਾਲ ਅਸੀਂ ਕੰਪਨੀ ਲੈ ਕੇ ਆ ਰਹੇ ਹਾਂ, ਐਲਬਰਟ ਕੰਪਨੀ, ਜਿਹੜਾ ਕਿ ਪੀਣ ਵਾਲਾ ਪਾਣੀ ਟੈਸਟ ਕਰੇਗੀ। ਸੋ ਮੈਨੂੰ ਕੀ ਪਤਾ ਚੱਲ ਜੂਗਾ ਕਿ ਇੱਥੇ ਪੀਣ ਵਾਲਾ ਪਾਣੀ ਠੀਕ ਨਹੀਂ ਹੈ, ਓਕੇ ਅਸੀਂ ਇੱਥੇ ਪੰਪ ਲਵਾ ਦਿੰਦੇ ਹਾਂ, ਇੱਥੇ ਲੋਕਾਂ ਕੋਲ ਪੀਣ ਵਾਲਾ, ਮਤਲਬ ਇੱਕ ਪੂਰੀ ਕਨਸਟੀਚੁਐਂਸੀ ਦਾ। ਦੈਨ ਆਈ ਹੈਵ janprathinidhi.com ਜਿਹੜੇ ਮੇਰੇ ਨਾਲ ਜੁੜ ਰਹੇ ਨੇ। ਸੋ ਇੱਕ ਡਾਟਾਬੇਸ ਹੋ ਰਿਹਾ, ਯੂ ਨੋ ਇਟ ਇਜ਼ not one, it is 10 people working together, then the solar people are working together। ਉਹ ਆਪਸ਼ਨ ਦੇ ਰਹੇ ਨੇ ਕਿ ਤੁਸੀਂ ਆਪਣੇ ਘਰਾਂ 'ਚ ਹੁਣ ਸੋਲਰ એનર્ਜੀ ਆ ਗਈ ਹੈ, ਬਟ ਸਾਡੇ ਕਿਉਂਕਿ ਪਤਾ ਹੀ ਨਹੀਂ ਹੈ, ਗੈਸ ਇੰਨੀ ਮਹਿੰਗੀ ਹੋ ਗਈ ਹੈ। ਹੁਣ ਅਸੀਂ ਚੋਇਸ ਕੀ ਲੈ ਕੇ ਆਏ ਹਾਂ, ਸਿੰਟੈਕਸ ਟੈਂਕੀ, ਜਿੰਨਾ ਇੱਕ ਤੁਹਾਡੇ ਘਰ ਦੇ ਉੱਤੇ ਤੁਸੀਂ ਇੱਕ ਟੈਂਕੀ ਰੱਖਣੀ ਹੈ, ਉਹਦੇ ਵਿੱਚ ਆਪਣੇ ਘਰ ਦੇ ਗੰਦ ਕੂੜੇ ਤੋਂ, ਕੰਦ ਦਾ ਕੂੜਾ ਮਤਲਬ ਵੈਜੀਟੇਬਲ ਵੇਸਟ ਤੇ ਫਰੂਟ ਵੇਸਟ ਤੇ ਸਾਰਾ ਆਟਾ ਉਟਾ ਜੋ ਬਚਿਆ ਹੋਇਆ ਹੈ, ਉਹਨੂੰ ਪਾਣੀ 'ਚ ਰਲਾ ਕੇ ਉੱਤੇ ਪਾ ਦੇਣਾ, ਤੁਹਾਨੂੰ ਇੱਕ ਟਾਈਮ ਦੀ ਗੈਸ ਮਿਲੇਗੀ। ਯੂ ਨੋ, ਸੋ ਪੀਪਲ ਵਿਲ ਬੀ ਰੈਡੀ ਟੂ ਐਕਸੈਪਟ ਇਟ। ਇਹ ਸਾਰੀ ਚੀਜ਼ਾਂ ਤੁਸੀਂ ਆਪਣੇ ਹਲਕੇ ਤੋਂ ਸ਼ੁਰੂ ਕਰਨ ਜਾ ਰਹੇ ਹੋ, ਇਵੈਂਚੁਅਲੀ ਯੂ ਵਿਲ ਸੀ ਇਟ ਐਕਸਪੈਂਡਿੰਗ ਥਰੂ ਦ ਸਟੇਟ, ਔਰ ਇਜ਼ ਇਟ ਸਮਥਿੰਗ ਦੈਟ ਯੂ ਨੀਡ ਹਲੇ ਤੁਸੀਂ ਟੈਸਟ ਕਰਨਾ ਹੈ? ਨੋ, ਦਿਸ ਇਜ਼ ਅ ਪਾਇਲਟ ਸਟੱਡੀ ਇਨ ਅੰਮ੍ਰਿਤਸਰ ਵਿਚ ਡੈਫੀਨੇਟਲੀ ਹਜੇ ਮੈਂ ਸ਼ੁਰੂ ਨਹੀਂ ਕੀਤੀ, ਮੈਂ ਹਜੇ ਪ੍ਰੈਜ਼ੈਂਟ ਹੀ ਕੀਤੀ ਹੈ। ਤਾਂ ਮੈਨੂੰ ਆਲਰੇਡੀ ਗੁਰਦਾਸਪੁਰ ਤੋਂ ਆ ਗਿਆ ਕਿ ਤੁਸੀਂ ਇਮੀਡੀਏਟਲੀ ਮੈਡਮ ਇੱਥੇ ਕਰਨੀ ਹੈ। ਫਿਰ ਮੈਨੂੰ ਫਿਲੌਰ ਤੋਂ ਆ ਗਿਆ ਸਾਡੇ, ਮਤਲਬ ਜਿਹਨੂੰ ਪਤਾ ਚੱਲੇਗਾ ਦੇ ਵਿਲ ਬੀ ਵੈਰੀ ਈਗਰ ਟੂ ਡੂ ਇਟ, ਬਿਕੋਜ਼ ਇਹ ਅੱਜ ਤੱਕ ਕਦੇ ਹੋਇਆ ਨਹੀਂ ਹੈ। ਤੇ ਇਹਦੇ ਨਾਲ ਇੱਕ ਚੈਨਲਾਈਜ਼ ਹੋ ਜਾਣਗੇ ਪੇਸ਼ੈਂਟ, ਡਾਕਟਰ ਕੋਲ ਚੈਨਲਾਈਜ਼ ਹੋ ਜਾਏਗਾ, ਡਾਕਟਰ ਕੌਨਫੀਡੈਂਟ ਹੋ ਜਾਏਗਾ ਕਿ ਮੇਰੇ ਕੋਲ ਇੰਨੇ ਸਾਰੇ ਪੇਸ਼ੈਂਟਸ ਹੈ। ਇਹਦੇ ਨਾਲ ਡਾਕਟਰ ਵੀ ਕੰਪਲਸਰੀ ਬੈਠੇਗਾ, ਜਦੋਂ ਉਹਨੂੰ ਦਵਾਈਆਂ ਮਿਲਣਗੀਆਂ ਉਹਦਾ ਦਿਲ ਵੀ ਕਰੇਗਾ ਬੈਠਣ ਨੂੰ, ਕਿਉਂਕਿ ਮਰੀਜ਼ ਆਉਂਦੇ ਆ, ਦਵਾਈ ਦਿੰਦੇ ਆ, ਤਾਂ ਬੰਦਾ ਵੀ ਖੁਸ਼ ਹੁੰਦਾ ਕੰਮ ਕਰਕੇ, ਨਹੀਂ ਤਾਂ ਕਹਿੰਦਾ ਵਿਹਲੇ ਬੈਠੇ ਆ, ਘੰਟਾ ਪਹਿਲਾਂ ਚਲੇ ਜਾਓ, ਯੂ ਨੋ। ਸੋ ਦ ਅਟੈਂਡੈਂਸ ਐਂਡ ਦ ਹੋਲ ਸਿਸਟਮ ਵਰਕਸ ਵੈਰੀ ਨਾਈਸਲੀ। ਐਂਡ ਉਹਦੇ ਨਾਲ ਜਾ ਕੇ ਜਦੋਂ ਮੈਂ ਇੱਕ ਡਾਕਟਰ ਨੂੰ ਮਿਲੂੰਗੀ, ਇੱਕ ਡਾਕਟਰ ਟ੍ਰੇਨ ਹੋਏਗਾ। ਇਹਦੇ ਵਿੱਚ ਮੇਰਾ ਦੂਜਾ ਪੁਆਇੰਟ ਆ ਜਾਂਦਾ ਹੈ, ਜਿਹੜਾ ਯੂਨੀਫਾਰਮ ਡਰੱਗ ਪਾਲਿਸੀ ਤੋਂ ਬਾਅਦ ਸੀਗਾ, ਕਿ ਆਮ ਫਾਈਟਿੰਗ ਫॉर ਸਾਈਕੈਟਰੀ ਐਜ਼ ਅ ਮੇਜਰ ਸਬਜੈਕਟ। ਹੁਣ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਹੈ? ਤੁਸੀਂ ਅਖਬਾਰ ਖੋਲੋ,
ਕਿੰਨੇ Suicide, ਸੁਸਾਈਡ sir. 20 ਸਾਲ ਦਾ 25 ਸਾਲ ਦਾ ਕਿਉਂ ਕੁੜੀ ਨੇ ਨਾ ਕਰਤੀ ਮੁੰਡੇ ਨੇ ਨਾ ਕਰਤਾ ਸੁਸਾਈਡ ਕਰ ਲਿਆ ਟੀਚਰ ਗੁੱਸੇ ਹੋ ਗਏ ਸੁਸਾਈਡ ਕਰ ਲਿਆ ਸੋ 1.7 ਲੱਖ ਲੋਕਾਂ ਨੇ ਪਿਛਲੇ ਸਾਲ ਹਿੰਦੁਸਤਾਨ ਦੇ ਵਿੱਚ ਸੁਸਾਈਡ ਕੀਤਾ ਉਹਨਾਂ ਚੋਂ 10 ਜਾਣੇ ਹੋਰ ਨੇ ਅਟੈਂਪਟ ਕੀਤਾ ਸੁਸਾਈਡ ਉਹਨਾਂ ਚੋਂ 90% ਨੂੰ ਪੁੱਛਿਆ ਗਿਆ ਕਿ ਜੇ ਤੁਸੀਂ ਪ੍ਰੋਪਰ ਕਾਉਂਸਲਿੰਗ ਹੁੰਦੀ ਤਾਂ ਉਹ ਕਹਿੰਦੇ ਅਸੀਂ ਸੁਸਾਈਡ ਨਹੀਂ ਕਰਦੇ ਸੋ ਦੈਟ ਮੀਨਸ ਕਾਉਂਸਲਿੰਗ ਸੈਂਟਰ ਹੈ ਨਹੀਂ ਸੁਸਾਈਡ ਦੀ ਤੁਸੀਂ ਗੱਲ ਕਰ ਰਹੇ ਹੋ ਸੁਸਾਈਡ ਤੋਂ ਲੈ ਕੇ ਰੋਡ ਐਕਸੀਡੈਂਟਸ ਤੱਕ ਕੀ ਸਿਹਤ ਮਹਿਕਮੇ ਦੀ ਜ਼ਿੰਮੇਵਾਰੀ ਹੈ ਪੁਆਇੰਟ ਇਹ ਖੜਾ ਹੋ ਰਿਹਾ ਕਿਉਂਕਿ ਅਜੇ ਤੱਕ ਤਾਂ ਮਹਿਕਮੇ ਨੇ ਇਹਨਾਂ ਨੂੰ ਆਪਣੇ ਕੋਰ ਥਰਸਟ ਫੋਕਸ ਏਰੀਆਜ਼ ਦੇ ਵਿੱਚ ਮੰਨਿਆ ਹੀ ਨਹੀਂ ਹੈਗਾ ਨਾ ਸੁਸਾਈਡ ਦੀ ਤੁਸੀਂ ਗੱਲ ਕਰ ਰਹੇ ਹੋ ਲੇਕਿਨ ਇਸ ਨੂੰ ਇੱਕ ਵੱਖਰੀ ਲੈਵਲ ਦੀ ਡਾਇਮੈਂਸ਼ਨ ਮੰਨਿਆ ਜਾਂਦਾ ਹੈ ਰੋਡ ਐਕਸੀਡੈਂਟ ਨੂੰ ਅਸੀਂ ਰੋਡ ਸਿਕਿਉਰਿਟੀ ਸੇਫਟੀ ਟ੍ਰੈਫਿਕ ਨਾਲ ਜੋੜ ਕੇ ਦੇਖਦੇ ਹਾਂ ਸੋ ਹੈਲਥ ਡਿਪਾਰਟਮੈਂਟ ਦਾ ਰੋਲ exactly totally it is because trauma centers ਹਰ ਜਗ੍ਹਾ ਖੁੱਲਨੇ ਜਿੱਥੇ ਦੇਖੋ ਇਮੀਡੀਏਟ ਕੇਅਰ ਹੈ ਤੁਸੀਂ ਬੰਦੇ ਨੂੰ ਬਚਾ ਕਦੋਂ ਰਹੇ ਹੋ ਐਕਸੀਡੈਂਟ ਹੋਣ ਤੋਂ ਤੇ ਇੱਕਦਮ ਹਸਪਤਾਲ ਜਾਣ ਦੇ ਵਿੱਚ ਉਹਦੇ ਵਿੱਚ 108 ਨੇ ਬਹੁਤ ਜ਼ਿਆਦਾ ਹੈਲਪ ਕੀਤਾ ਹੈ 1,70,000 ਜਾਨਾਂ ਬਚੀਆਂ ਪਿਛਲੇ ਸਾਲ ਸਿਰਫ 108 ਕਰਕੇ ਬਾਕੀ ਜਿਹੜੀ ਸੈਕਟਰੀ ਦੀ ਗੱਲ ਆਂਦੀ ਹੈ ਕਾਉਂਸਲਿੰਗ ਸੈਂਟਰ ਕਿੱਥੇ ਹੈ ਕਿੱਥੇ ਸੈਕਟਰਿਸਟ ਹੈ ਤੁਸੀਂ ਸਾਰੇ ਡਿਸਟ੍ਰਿਕਟ 'ਚ ਇੱਕ ਸੈਕਟਰਿਸਟ ਹੈ ਜਗ੍ਹਾ ਜਗ੍ਹਾ ਤੇ ਮੁਹੱਲੇ 'ਚ ਇੱਕ ਕਾਉਂਸਲਿੰਗ ਬੰਦਾ ਚਾਹੀਦਾ ਤੁਸੀਂ ਜਿਹੜੀ ਗੱਲਾਂ ਕਰ ਰਹੇ ਹੋ ਬੜੀਆਂ ਇੰਪੋਰਟੈਂਟ ਨੇ ਇਹ ਹੈਲਥ ਪੂਰੀ ਹੈਲਥ ਕੇਅਰ ਦਾ ਇੱਕ ਬੜਾ ਇੰਪੋਰਟੈਂਟ ਕੰਪੋਨੈਂਟ ਲੇਕਿਨ ਬੜੀ ਐਡਵਾਂਸ ਸਟੇਜ ਦੀਆਂ ਗੱਲਾਂ ਨੇ ਇੱਥੇ ਤਾਂ ਜਦੋਂ ਆਮ ਆਦਮੀ ਹਸਪਤਾਲਾਂ ਡਿਸਪੈਂਸਰੀਆਂ ਦੇ ਵਿੱਚ ਜਾਂਦਾ ਉਹਨੂੰ ਇਲਾਜ ਨਹੀਂ ਮਿਲਦਾ ਦਵਾਈਆਂ ਨਹੀਂ ਮਿਲਦੀਆਂ ਡਾਕਟਰ ਨਹੀਂ ਮਿਲਦੇ ਅਟੈਂਡੈਂਸ ਨਹੀਂ ਹੁੰਦੀ ਉਹ ਸਾਰੀ ਹਾਲੇ ਪ੍ਰੋਬਲਮਸ ਹੈ ਉਹਨਾਂ ਨੂੰ ਆਪਾਂ ਐਡਰੈਸ ਨਹੀਂ ਕਰ ਪਾਏ ਨੋ ਡਾਊਟ ਸਾਡੇ ਸਟੈਪਸ ਵੱਧ ਗਏ ਨੇ ਅਸੀਂ ਸਪੈਸ਼ਲਿਸਟਾਂ ਨੂੰ ਵਾਪਸ ਲੈਣਾ ਚਾਹ ਰਹੇ ਹਾਂ ਦਵਾਈਆਂ ਦੀ ਉਪਲਬਧਤਾ ਨੂੰ ਸੁਨਿਸ਼ਚਿਤ ਕਰਨਾ ਚਾਹ ਰਹੇ ਹਾਂ ਸਾਰੀ ਗੱਲਾਂ ਬਾਤਾਂ ਨੇ ਬਟ ਡੂ ਯੂ ਥਿੰਕ ਅਸੀਂ ਉਸ ਸਟੇਜ ਤੇ ਪਹੁੰਚ ਚੁੱਕੇ ਹਾਂ ਜਦੋਂ ਕਿ ਅਸੀਂ ਸੁਸਾਈਡ ਰੋਡ ਐਕਸੀਡੈਂਟ ਜਾਂ ਇਸ ਕਿਸਮ ਦੀ ਬ੍ਰੌਡ ਵੈਲਨੈਸ ਦਾ ਜਿਹੜਾ ਕਨਸੈਪਟ ਹੈਗਾ ਉਸ ਨੂੰ ਆਪਣੇ ਹੈਲਥ ਸਿਸਟਮ ਦੇ ਵਿੱਚ ਐਕਸਟੈਂਡ ਐਵਰੀਥਿੰਗ ਗੋਜ਼ ਟੁਗੇਦਰ ਜੇ ਤੁਸੀਂ 1,70,000 ਜਿਹੜਾ ਸੁਸਾਈਡ ਕੀਤਾ ਉਹਨੂੰ ਇਗਨੋਰ ਕਰਦੇ ਹੋ ਤਾਂ ਫਿਰ ਮੈਟਰਨਲ ਮੋਰਟੈਲਿਟੀ ਤੇ ਫੀਟਲ ਮੋਰਟੈਲਿਟੀ ਕੀ ਹੈ ਅੱਜ ਦੀ ਡੇਟ 'ਚ ਜਿਹੜੀ ਟ੍ਰੇਨਿੰਗ ਹੋਈ ਹੈ ਜਿਹੜਾ ਅਸੀਂ 1800 ਰੁਪਏ ਦਾ ਚੈੱਕ ਦੇ ਰਹੇ ਹਾਂ ਇਟਸ not about only the central government it's about the state government ਕਿਵੇਂ ਇੰਪਲੀਮੈਂਟ ਕਰ ਰਹੀ ਹੈ ਸਕੀਮਸ ਨੂੰ ਗੱਲ ਤਾਂ ਇਹ ਹੈ ਹੁਣ ਹੈਲਥ ਸੈਕਟਰ 'ਚ ਅਸੀਂ ਜਨਨੀ ਸੁਰੱਖਿਆ ਯੋਜਨਾ ਸਿਸ਼ੂ ਸੁਰੱਖਿਆ ਯੋਜਨਾ ਕਿਉਂ ਵਧੇ ਹੈ ਇੰਸਟੀਟਿਊਸ਼ਨਲ ਡਿਲੀਵਰੀ 70% ਤੇ ਚਲੀ ਗਈਆਂ ਕਿਤੇ 30-40% ਰਹਿ ਗਈਆਂ ਸੀ ਦਵਾਈਆਂ ਖਤਮ ਹੋ ਗਈਆਂ ਸੋ ਹੈਲਥ ਸੈਕਟਰ ਤਾਂ ਆ ਗਿਆ ਨਾ ਵਾਪਸ ਗਵਰਨਮੈਂਟ ਆਉਣ ਲੱਗੇ ਨਾ ਲੋਕ ਕਿਉਂ ਆਉਣ ਲੱਗੇ ਕਿਉਂਕਿ ਦਵਾਈ ਮਿਲਦੀ ਹੈ ਮੁਫਤ ਡਿਲੀਵਰੀ ਹੁੰਦੀ ਹੈ ਨਾਲ ਪੈਸੇ ਵੀ ਮਿਲਦੇ ਆ ਚੈੱਕ ਵੀ ਮਿਲਦਾ ਜਦੋਂ ਦਵਾਈਆਂ ਆ ਗਈਆਂ ਤਾਂ ਡਾਕਟਰ ਦੀ ਤਾਂ ਕੋਈ ਕਮੀ ਨਹੀਂ ਹੈ ਡਾਕਟਰ ਵੀ ਉੱਥੇ ਹੋਏਗਾ ਜਦੋਂ ਮਰੀਜ਼ ਆਊਗਾ 100 ਖੜੂਗਾ ਤਾਂ ਡਾਕਟਰ ਵੀ ਆਪ ਹੀ ਆਊਗਾ ਇਹ ਦੱਸੋ ਮੈਨੂੰ ਵੀ ਹੈਲਥ ਡਿਪਾਰਟਮੈਂਟ ਦੇ ਵਿੱਚ ਅਜੇ ਤੁਸੀਂ ਕਿੰਨਾ ਸੈਟੀਸਫਾਈਡ ਹੋ ਅਜੇ ਤੱਕ ਦੀ ਜਿਹੜੀ ਮੁੱਢਲੀ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਹੈ ਮੈਡੀਕਲ ਕੇਅਰ ਹੈ ਉਸ ਨੂੰ ਪ੍ਰੋਵਾਈਡ ਕਰਾਉਣ ਦੇ ਵਿੱਚ ਸਾਡੇ ਹਸਪੀਟਲ ਸਾਡੇ ਡਿਸਪੈਂਸਰੀ ਕਿੰਨੇ ਸક્ષਮ ਤੁਸੀਂ ਮੰਨਦੇ ਹੋ ਇਸ ਵਕਤ ਇਸ ਸਟੇਜ ਤੇ ਗਿਵਨ ਦਾ ਫੈਕਟ ਵੀ ਤੁਹਾਡੀ ਸਰਕਾਰ ਦੇ ਕੁਝ ਮਹੀਨੇ ਪੂਰੇ ਹੋਏ ਨੇ ਪੂਰਾ ਪਿਛਲੇ ਸਰਕਾਰ ਦਾ ਕਾਰਜਕਾਲ ਤੁਹਾਡੇ ਗਵਰਨਮੈਂਟ ਦੇ ਕੋਲ ਸੀਗਾ ਡੂ ਯੂ ਫੀਲ ਕਿ ਲੋਟ ਹੈਜ਼ ਬੀਨ ਡਨ ਜਿਵੇਂ ਤੁਸੀਂ ਕਲੇਮ ਕਰ ਰਹੇ ਹੋ ਬਹੁਤ ਜ਼ਿਆਦਾ ਅਸੀਂ 14ਵੇਂ ਨੰਬਰ ਤੋਂ ਦੂਜੇ ਜਾਂ ਤੀਜੇ ਨੰਬਰ 'ਚ ਆ ਗਏ ਹਾਂ ਹੈਲਥ ਸੈਕਟਰ ਪੰਜਾਬ ਜਿਹੜੀ ਸਟੇਟ ਹੈ ਉਹਨੇ ਬਹੁਤ ਜ਼ਿਆਦਾ ਜੰਪ ਮਾਰੀ ਹੈ ਹੈਲਥ ਸੈਕਟਰ ਦੇ ਵਿੱਚ ਇਨਫੈਂਟ ਮੋਰਟੈਲਿਟੀ ਰੇਟ ਇੰਨਾ ਘਟਿਆ ਮੈਟਰਨਲ ਮੋਰਟੈਲਿਟੀ ਰੇਟ ਇੰਨਾ ਘਟਿਆ ਕਿਉਂਕਿ ਇੰਸਟੀਟਿਊਸ਼ਨਲ ਡਿਲੀਵਰੀਜ਼ ਹੋ ਰਹੀਆਂ ਅੱਛਾ ਮੇਨ ਪ੍ਰੋਬਲਮ ਕੀ ਹੁੰਦੀ ਹੈ ਜਿਹੜੀ ਇੰਸਟੀਟਿਊਸ਼ਨਲ ਡਿਲੀਵਰੀ ਹੈ तमाम ਸਕੀਮਾਂ ਦੀ ਗੱਲ ਕੀਤੀ ਜਾਂਦੀ ਹੈ ਇਹ ਕਿਹਾ ਜਾਂਦਾ ਵੀ ਸੈਂਟਰਲ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਸ ਹੈਗੀਆਂ ਨੇ ਦੇ ਆਰ ਵੈਰੀ ਵੈਲ ਕਨਸੀਵਡ ਸਕੀਮਸ ਲੇਕਿਨ ਹੁੰਦਾ ਹੈਗਾ ਅਮੂਮਨ ਉਹਨਾਂ ਨੂੰ ਜ਼ਮੀਨ ਤੇ ਲਾਗੂ ਕਰਨ ਦੇ ਵਿੱਚ ਉਹ ਸਿਸਟਮ ਹੀ ਸਮਝ ਨਹੀਂ ਪਾਉਂਦਾ ਹੈਗਾ ਅਜੇ ਵੀ ਇੱਕ ਕ੍ਰਿਟਿਸਿਜ਼ਮ ਪੰਜਾਬ ਗਵਰਨਮੈਂਟ ਦਾ ਇਸ ਗੱਲ ਨੂੰ ਲੈ ਕੇ ਹੁੰਦਾ ਵੀ ਕੇਂਦਰ ਸਰਕਾਰ ਦੀ ਸਕੀਮਾਂ ਉਹਨਾਂ ਦੇ ਵਿੱਚ ਐਨੀ ਪ੍ਰੋਵੀਜ਼ਨਸ ਐਨੀ ਫੰਡਿੰਗ ਹੈਗੀ ਜਿਹੜੀ ਕਿ ਅਸੀਂ ਥੱਲੇ ਯੂਟਿਲਾਈਜ਼ ਨਹੀਂ ਕਰ ਪਾ ਰਹੇ ਸਾਡੀ ਗ੍ਰਾਂਟਸ ਲੈਪਸ ਹੋ ਰਹੀਆਂ ਨੇ ਅਸੀਂ ਉਹਨਾਂ ਨੂੰ ਬੈਨੀਫਿਟ ਨਹੀਂ ਲੈ ਪਾ ਰਹੇ ਇਜ਼ ਇਟ ਅ ਫੈਕਟ ਵੀ ਅਸੀਂ ਉਹਨਾਂ ਕੁਝ ਨਹੀਂ ਕਰ ਪਾ ਰਹੇ ਅਸੀਂ ਬਹੁਤ ਜ਼ਿਆਦਾ ਫਾਸਟ ਟਰੈਕ ਤੇ ਮੂਵ ਕਰ ਰਹੇ ਹਾਂ ਇਹ ਨਹੀਂ ਹੈ ਸਾਡੀ ਹਰ ਮੰਥ ਦੀ ਪ੍ਰੋਗਰੈਸ ਬਹੁਤ ਜ਼ਿਆਦਾ ਅਮੇਜ਼ਿੰਗ ਹੈ ਜੇ ਆਪਾਂ ਕਹੀਏ ਕਿ ਇੱਕਦਮ ਸਾਰਾ ਕੁਝ ਹੋ ਜਾਏ ਉਹ ਨਹੀਂ ਹੋ ਸਕਦਾ ਬਟ ਬਾਈ ਦਸੰਬਰ ਐਂਡ ਜਨਵਰੀ ਜਦੋਂ ਵਾਕ ਇਨ ਡਾਕਟਰਸ ਆ ਗਏ ਸਾਡੇ ਕੋਲ ਮੈਡੀਸਿਨਸ ਆ ਗਈਆਂ ਯੂ ਵਿਲ ਸੀ ਅਮੇਜ਼ਿੰਗ डिफरेंस एटलीस्ट ਅਸੀਂ ਆਪਣਾ ਫੋਕਸ ਇਕੱਠਾ ਬਣਾ ਚੁੱਕੇ ਹਾਂ ਹੁਣ ਜਿਵੇਂ ਐਜੂਕੇਸ਼ਨ ਡਿਪਾਰਟਮੈਂਟ ਕਦੇ ਸਾਡੇ ਨਾਲ ਕੰਮ ਨਹੀਂ ਕੀਤਾ ਹੁਣ ਸਾਡੇ ਨਾਲ ਸਕੂਲ ਹੈਲਥ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਵੀ ਕੰਮ ਕਰੇਗਾ ਹੁਣ ਇੱਕ ਹੁੰਦਾ ਇੱਕ ਤਾਂ ਐਨਐਮ ਹੈ ਸਾਡੇ ਕੋਲ ਜਿਹਨੇ ਡੋਰ ਟੂ ਡੋਰ ਜਾਣਾ ਇੱਕ ਹੁੰਦਾ ਕਿ ਉਹਨੂੰ 10 ਕੰਮ ਕਰਾਣੇ ਮੈਂ ਉਹਦੇ ਤੋਂ ਤੇ ਅਸੀਂ ਉਹਨੂੰ 10 ਵਾਰ ਭੇਜੀਏ ਇੱਕ ਹੁੰਦਾ ਕਿ ਅਸੀਂ ਕੰਪਰੀਹੈਂਸਿਵ ਉਹਨੂੰ ਚਾਰਟ ਬਣਾਤਾ ਕਿ ਤੂੰ ਇੱਕੋ ਵਾਰ ਜਾਣਾ ਤੇ 10 ਕੰਮ ਕਰੇ ਆਣੇ ਆ ਉਹਦੇ 'ਚ ਬਹੁਤ ਫਰਕ ਹੁੰਦਾ ਉਹਦੇ ਨਾਲ ਉਹਦਾ ਇਫੈਕਟ ਜਦੋਂ 10 ਕੰਮ ਹੋ ਜਾਣਗੇ ਉਦੋਂ ਪਤਾ ਚੱਲੇਗਾ ਜਦੋਂ ਸਕਰੀਨਿੰਗ ਹੋ ਜਾਏਗੀ ਚੈਨਲਾਈਜ਼ ਹੋ ਜਾਣਗੇ ਸੋ ਐਟਲੀਸਟ ਵੀ ਹੈਵ ਅ ਬ੍ਰੌਡਰ ਵਿਜ਼ਨ ਵੀ ਨੋ that this is going to happen and it will happen the day the card ਮਰੀਜ਼ ਆਪਣਾ broad level ਤੇ ਪਹੁੰਚ ਗਿਆ ਕਿ ਮੈਂ ਇਹ ਹਸਪਤਾਲ ਇਹ ਡਾਕਟਰ ਨੂੰ ਇਹ ਬਿਮਾਰੀ ਲਈ ਦਿਖਾਣਾ ਹੈ we have done it and ਅੱਜ ਦੀ ਡੇਟ ਤੁਸੀਂ ਦੇਖੋ ਦਵਾਈਆਂ ਖਤਮ ਹੋ ਗਈਆਂ
ਤੁਸੀਂ 6 ਮਹੀਨੇ ਪਹਿਲਾਂ ਦੀ ਗੱਲ ਕਰੋ, 7 ਮਹੀਨੇ ਪਹਿਲਾਂ ਦੀ ਗੱਲ ਕਰੋ ਤਾਂ ਦਾਈਆਂ ਦਾ ਬਹੁਤ ਜ਼ਿਆਦਾ ਨਾਮ ਸੀ। ਤੁਸੀਂ ਮੈਨੂੰ ਹੁਣ ਦੱਸੋ ਕਿੰਨੀਆਂ ਕੁ ਦਾਈਆਂ ਰਹਿ ਗਈਆਂ? ਜੇ ਅਸੀਂ 40% ਤੋਂ 70% ਜੰਪ ਮਾਰ ਗਏ ਇੰਸਟੀਟਿਊਸ਼ਨਲ ਡਿਲੀਵਰੀ 'ਚ, ਤੇ ਨੈਚੁਰਲੀ ਉਨੀ ਮੈਟਰਨਲ ਮੋਰਟੈਲਿਟੀ ਤੇ ਇਨਫੈਂਟ ਮੋਰਟੈਲਿਟੀ ਘਟੀ ਹੈ। ਸੋ ਇਟ ਹੈਜ਼ ਬੀਨ ਅਮੇਜ਼ਿੰਗ। ਆਫ ਕੋਰਸ ਅਸੀਂ ਵਰਲਡ ਕਲਾਸ ਸਟੈਂਡਰਡਸ ਤੇ ਪਹੁੰਚਾਂਗੇ, ਜ਼ਰੂਰ ਪਹੁੰਚਾਂਗੇ, ਯੂ ਨੋ, ਬਿਕੋਜ਼ ਟ੍ਰੇਨਿੰਗ ਸਾਡੀ ਉਸ ਲੈਵਲ ਦੀ ਹੋ ਰਹੀ ਹੈ, ਪੈਸੇ ਸਾਡੇ ਪ੍ਰੋਪਰਲੀ ਚੈਨਲਾਈਜ਼ ਹੋ ਰਹੇ ਨੇ। ਅਸੀਂ ਆਪਣੇ ਆਪ ਤੇ, ਕਿਉਂਕਿ ਸੁਖਬੀਰ ਭਾਜੀ ਦੀ ਵਿਜ਼ਨ ਬਿਲਕੁਲ ਡਿਫਰੈਂਟ ਹੈ ਕਿ ਅਸੀਂ ਆਪਣੇ ਆਪ ਤੇ ਬਿਠਾਏ ਆ ਲੋਕ ਜਿਹੜੇ ਸਾਨੂੰ ਸੁਪਰਵਾਈਜ਼ ਕਰਨਗੇ। ਈਵਨ ਸਾਡੇ ਫਾਈਨੈਂਸ਼ੀਅਲ ਇਹਨੂੰ ਟੈਕਨੀਕਲ ਭਾਸ਼ਾ ਦੇ ਵਿੱਚ ਇਹ ਕਿਹਾ ਜਾਂਦਾ ਵੀ ਤੁਸੀਂ ਆਪਣੇ ਪੈਰਾਮੀਟਰ ਸੈੱਟ ਕੀਤੇ ਨੇ, ਪੈਰਾਮੀਟਰ ਸੈੱਟ ਕੀਤੇ, ਪਰ ਅਸੀਂ ਆਪਣੇ ਉੱਤੇ ਅਕਾਊਂਟਿੰਗ ਵੀ ਕੀਤੀ ਹੈ। ਹੁਣ ਉਹਦਾ ਕੀ ਮੈਕੈਨਿਜ਼ਮ ਹੈ? ਫੋਰ ਇੰਸਟੈਂਸ ਕਲੇਮਸ ਬਹੁਤ ਹੋ ਸਕਦੇ ਨੇ ਵੀ ਮੇਰੀ ਪਰਫਾਰਮੈਂਸ ਸੁਧਰੀ ਹੈ, ਪੈਰਾਮੀਟਰ ਸੁਧਰ ਗਏ ਨੇ ਜੀ, ਮੋਰਟੈਲਿਟੀ ਘੱਟ ਗਈ, ਸਾਰੀ ਗੱਲਾਂ ਬਾਤਾਂ ਹੈਗੀਆਂ, ਲੇਕਿਨ ਗਰਾਊਂਡ ਦੇ ਉੱਤੇ ਪੇਸ਼ੈਂਟ ਮੇ ਨਾਟ ਬੀ ਦੈਟ ਸੈਟਿਸਫਾਈਡ। it is a debatable point. I can say ਕਿ ਨਹੀਂ ਉਹਨੀਆਂ ਬਿਹਤਰ ਨਹੀਂ ਹੈਗੀਆਂ। so do you have some set parameters ਜਿਹਦੇ ਬੇਸ ਦੇ ਉੱਤੇ ਲੋਕ ਵੀ ਤੁਹਾਡਾ ਅੰਕਲਨ ਕਰ ਸਕਣ, ਲੋਕ ਵੀ ਐਨਾਲਾਈਜ਼ ਕਰ ਸਕਣ ਕਿ ਵਾਕਈ ਕੰਮ ਹੋ ਰਿਹਾ ਹੈ? yeah, of course you have those figures. I am giving you the figures, ਹੈ ਨਾ। ਜੇ ਮੈਟਰਨਲ ਮੋਰਟੈਲਿਟੀ, ਇਨਫੈਂਟ ਮੋਰਟੈਲਿਟੀ ਘਟੀ ਹੈ, ਕਿੱਥੇ 250 ਸੀ ਪਰ 1 ਲੱਖ, ਹੁਣ 212 ਰਹਿ ਗਈ ਹੈ, ਯੂ ਨੋ। ਸੋ 212, ਸੋ ਇੰਨਾ ਜ਼ਿਆਦਾ ਅਮੇਜ਼ਿੰਗ ਡਿਫਰੈਂਸ 40-45 ਦਾ ਘਟਣਾ। ਸੋ ਉਸ ਲੈਵਲ ਤੇ ਅਸੀਂ ਜਾਵਾਂਗੇ ਹੌਲੀ ਹੌਲੀ, ਬਟ ਆਫ ਕੋਰਸ ਹੋਏਗਾ ਜਦੋਂ ਇੰਸਟੀਟਿਊਸ਼ਨਲ ਹੈ। ਪ੍ਰੋਬਲਮ ਕੀ ਹੁੰਦੀ ਸੀ ਕਿ ਇੱਥੇ ਡਿਲੀਵਰੀ ਹੋਈ ਹੈ ਤੇ ਜਿੱਥੇ ਪ੍ਰੋਬਲਮ ਆ ਰਹੀ ਹੈ ਉਹਨੂੰ ਮੇਨ ਸੈਂਟਰ ਸ਼ਿਫਟ ਕਰਨ ਦੀ ਪ੍ਰੋਬਲਮ ਹੈ। ਹੁਣ ਕੀ ਹੈ, ਜਦੋਂ ਤੱਕ ਤੁਸੀਂ ਥੀਏਟਰ ਚੋਂ ਬਾਹਰ ਵੀ ਨਹੀਂ ਕੱਢਿਆ ਪੇਸ਼ੈਂਟ, ਤੁਹਾਡੇ ਕੋਲ ਐਂਬੂਲੈਂਸ ਹੈ ਜਿਹੜੀ ਠਾ ਦੇ ਨੇ ਉੱਥੇ ਲੈ ਜਾਂਦੀ ਹੈ, ਪਲੱਸ ਉਹਦੇ ਵਿੱਚ ਸਾਰੀਆਂ ਸਰਵਿਸਿਜ਼ ਹੈ। ਸੋ ਇੱਕ ਚੈਨਲ ਅਸੀਂ ਸੈਟਅਪ ਕਰ ਲਿਆ ਜਿਹੜਾ ਕਿ ਬਹੁਤ ਛੇਤੀ ਅਸੀਂ ਬਹੁਤ ਸੁਧਾਰ ਲਾਂਗੇ। ਇਨਕਰੇਜ ਕਰ ਰਹੇ ਹਾਂ, ਪਹਿਲੀ ਵਾਰ ਡਾਕਟਰਸ ਨੂੰ ਇਨਕਰੇਜ ਕੀਤਾ ਜਾ ਰਿਹਾ ਹੈ ਕਿ ਤੁਸੀਂ ਗਵਰਨਮੈਂਟ ਸੈਕਟਰ 'ਚ ਆਓ। ਆਫ ਕੋਰਸ ਇਟ ਵਿਲ ਟੇਕ ਟਾਈਮ, ਕਿਉਂਕਿ ਉਹਨਾਂ ਦੀਆਂ ਡਿਊਟੀਜ਼ ਉਦੋਂ ਘਟਾਵਾਂਗੇ ਜਦੋਂ ਸਾਡੇ ਕੋਲ ਇਨਫ ਮੈਡੀਕਲ ਆਫਿਸਰਸ ਹੋਗੇ, ਪਰ ਇਹ ਜ਼ਰੂਰ ਹੋਏਗਾ। ਚਲਿਏ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਲਈ ਰੁਕਣਾ, ਕਾਫੀ ਕੁਝ ਤੁਸੀਂ ਸੁਣਿਆ ਹੈਗਾ। ਬ੍ਰੇਕ ਤੋਂ ਬਾਅਦ ਜਾਰੀ ਹੈ ਸਾਡੀ ਗੱਲਬਾਤ। ਸਟ੍ਰੇਟ ਟਾਕ ਪ੍ਰੋਗਰਾਮ, ਨਵਜੋਤ ਕੌਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ, ਪੰਜਾਬ ਦੇ ਚੀਫ ਪਾਰਲੀਮਾਨੀ ਸਕੱਤਰ ਸਿਹਤ ਵਿਭਾਗ ਦੇ। ਨਵਜੋਤ ਕੌਰ ਸਿੱਧੂ ਜੀ, ਤੁਸੀਂ ਕਈ ਗੱਲਾਂ ਬਾਤਾਂ ਦੱਸੀਆਂ ਹੈਗੀਆਂ ਨੇ, ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਬਿਹਤਰੀ ਵੱਲ ਵੱਧ ਰਹੀਆਂ ਹੈਗੀਆਂ ਨੇ, ਦੈਟ ਇਜ਼ ਯੋਰ ਸ਼ੋਰ ਸ਼ਾਟ ਕਲੇਮ। ਆਉਣ ਵਾਲੇ ਸਮੇਂ ਦੇ ਵਿੱਚ ਫਿਊ ਈਅਰਸ ਡਾਊਨ ਦ ਲੇਨ, ਤੁਹਾਡੀ ਸਰਕਾਰ ਦੇ 4.5 ਸਾਲ ਦਾ ਸਮਾਂ ਹਜੇ ਬਚਿਆ ਹੈਗਾ, ਤੁਸੀਂ ਆਪਣੇ ਲਈ ਕੋਈ ਐਸੀ ਖਾਸ ਚੀਜ਼ ਜਾਂ ਕੋਈ ਐਸਾ ਖਾਸ ਅੰਕੜਾ, ਕੋਈ ਆਸ ਟਾਰਗੇਟ ਸੈੱਟ ਕੀਤਾ ਹੈਗਾ ਜਿਸ ਦੇ ਬੇਸ ਦੇ ਉੱਤੇ ਤੁਸੀਂ ਸਮਝ ਸਕੀਏ ਤੇ ਉਹਦੇ ਵਿੱਚ ਤੁਹਾਡਾ ਕਿੰਨਾ ਕੰਟਰੀਬਿਊਸ਼ਨ ਹੋਗਾ ਬਤੌਰ CPS? ਕਿਉਂਕਿ ਕਨਸਟੀਟਿਊਸ਼ਨਲੀ ਜਾਂ ਆਪਾਂ ਲੀਗਲੀ ਸੋਚੀਏ ਜਾਂ ਬਹੁਤ ਟੈਕਨੀਕਲੀ ਜਾਈਏ ਤਾਂ ਇਹ ਐਸੀ ਪੋਸਟ ਹੈਗੀ ਹੈ ਜਿਸਦੀ ਕੋਈ ਇੰਨੀ ਰੈਲੇਵੈਂਸ ਉਸ ਤਰੀਕੇ ਨਾਲ ਨਹੀਂ ਹੈਗੀ ਆਫੀਸ਼ੀਅਲੀ, ਬਟ ਯੈਸ ਜੇ ਬੰਦਾ ਬੈਠਾ ਹੋਵੇ ਉਸ ਸੀਟ ਤੇ ਕੰਮ ਕਰਨ ਵਾਲਾ ਤਾਂ ਉਹ ਚੀਜ਼ ਦੇ ਮਾਇਨੇ ਜਾਂ ਉਹਨੂੰ ਡਿਫਾਈਨ ਕੀਤਾ ਜਾ ਸਕਦਾ ਜੋ ਕਿ ਤੁਸੀਂ ਕਰ ਰਹੇ ਹੋ। ਉਸ ਹਿਸਾਬ ਨਾਲ ਆਪਣੇ ਲਈ ਕੁਝ ਸੈਟ ਟਾਰਗੇਟਸ ਹੈਗੇ ਨੇ? ਮੇਰੇ ਟਾਰਗੇਟਸ ਆਫ ਕੋਰਸ ਮੈਨੂੰ ਵੀ ਲੱਗ ਰਿਹਾ ਕਿ ਬਹੁਤ ਜ਼ਿਆਦਾ ਹੈਗੇ ਨੇ, ਬਟ ਆਈ ਐਮ ਵੈਰੀ ਕੌਨਫੀਡੈਂਟ ਕਿ ਮੈਂ ਅਚੀਵ ਕਰ ਲੂੰਗੀ, ਕਿਉਂਕਿ ਮੈਂ 6 ਮਹੀਨੇ ਦੀ ਆਪਣੀ ਪ੍ਰੋਗਰੈਸ ਨੂੰ ਮੋਨੀਟਰ ਕਰਨਾ ਚਾਹੁੰਦੀ ਹਾਂ। ਜਸਟ ਬੀਇੰਗ ਇਨਟੂ ਦ ਸਿਸਟਮ ਆਈ ਨੋ ਕਿ ਸਿਸਟਮ ਕਿਵੇਂ ਸੁਧਾਰਿਆ ਜਾ ਸਕਦਾ, ਜਿਹੜਾ ਕਿ ਸ਼ਾਇਦ ਹੈਲਥ ਸੈਕਟਰ ਤੋਂ ਬਾਹਰ ਵਾਲੇ ਬੰਦੇ ਨੂੰ ਸਮਝ ਵੀ ਨਹੀਂ ਆਏਗਾ ਕਿ ਇਹ ਨੈਕਸਸ ਕਿਵੇਂ ਚੱਲਦਾ ਹੈ। ਜਸਟ ਬਿਕੋਜ਼ ਡਾਕਟਰਸ ਹੋਣ ਦੇ ਨਾਤੇ ਬਹੁਤ ਵੱਡੀ ਪ੍ਰੋਬਲਮ ਸਾਡੀ ਆ ਰਹੀ ਸੀ ਕਿ ਸਾਡੇ ਜਿਹੜੀਆਂ ਦਾਈਆਂ ਨੇ ਤੇ ਸਾਡੀਆਂ ਜਿਹੜੀਆਂ ਫੀਲਡ ਵਰਕਰਸ ਨੇ ਉਹ ਗਲਤ ਮੋਟੀਵੇਟ ਕਰਕੇ, ਜਿਵੇਂ ਜਨਾਨੀਆਂ ਨੂੰ 28 ਸਾਲ ਦੀ ਉਮਰ ਨੂੰ ਕਹਿ ਕੇ ਵੀ ਤੇਰੇ ਪਾਣੀ ਪੈਂਦਾ, ਤੈਨੂੰ ਸਰਜਰੀ ਦੀ ਲੋੜ ਹੈ, ਸੈਂਟਰ 'ਚ ਲੈ ਜਾਣਾ, ਉੱਥੇ ਆਪਰੇਟ ਕਰਵਾ ਦੇਣਾ, ਯੂ ਨੋ, ਜਿੱਥੇ ਕੋਈ ਵੀ ਸੈਂਟਰ ਇਲੀਗਲ ਖੁੱਲਿਆ ਹੋਇਆ। ਸੋ ਜਦੋਂ ਤੱਕ ਹੁਣ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਉਹ ਇੱਕ ਚੈਨਲ ਬਣੇ ਤਾਂ ਕਿ ਐਟਲੀਸਟ ਜਿਹੜੀ अर्ਲੀ ਡਾਇਗਨੋਸਿਸ ਆਫ ਕੈਂਸਰ ਤੇ ਜਿਵੇਂ ਕਦੇ ਵੀ ਨਹੀਂ ਲਾਈਫ 'ਚ ਹੋਇਆ ਕਿ ਸਰਵੇ ਤੁਹਾਡਾ ਘਰ ਜਾ ਕੇ ਸਰਵੇ ਹੋਵੇ। ਪ੍ਰੋਬਲਮ ਕੀ ਹੁੰਦੀ ਹੈ, ਤੁਸੀਂ ਉਦੋਂ ਕੁਐਕਸ ਕੋਲ ਜਾਈ ਜਾਂਦੇ ਹੋ, ਉਦੋਂ ਸਾਡੇ ਕੋਲ ਆਉਂਦੇ ਹੋ ਜਦੋਂ ਸਾਡੇ ਕੋਲ ਇਲਾਜ ਹੀ ਨਹੀਂ ਹੈ। ਸੋ ਪਹਿਲੀ ਵਾਰ ਅਸੀਂ अर्ਲੀ ਡਾਇਗਨੋਸਿਸ ਜਿਹੜਾ ਕਿ ਫਰੀਦਕੋਟ ਆਲਰੇਡੀ ਹੋ ਗਿਆ, ਕਿਉਂਕਿ ਜੇ ਅਸੀਂ ਪੋਲੀਓ 3 ਦਿਨ 'ਚ ਕਵਰ ਕਰ ਸਕਦੇ ਹਾਂ ਤਾਂ ਹੁਣ ਸਾਡੇ ਕੋਲ ANM ਹੈਗੀ ਹੈ ਜਿਹੜੀ ਹੈਲਥ ਸੈਕਟਰ ਕੁਝ ਵੀ ਸਿੱਧਾ ਡਾਇਰੈਕਟਲੀ ਘਰ 'ਚ ਲੈ ਜਾਏ। ਇਹ ਜਦੋਂ ਸਾਡਾ ਐਕਸਰਸਾਈਜ਼ 1 ਮਹੀਨੇ ਦੀ ਪੂਰੀ ਹੋ ਜੂਗੀ, ਸਾਨੂੰ ਸਸਪੀਸ਼ੀਅਸ ਕੇਸਿਸ ਲੱਭ ਜਾਣਗੇ ਕੈਂਸਰ ਦੇ। ਉਹਦੇ ਵਿੱਚ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ, ਪਹਿਲਾਂ ਹੀ ਸਾਡੀ ਚੱਲ ਰਹੀ ਹੈ ਜਿਹੜੀ 1.5 ਲੱਖ ਮਾਸ ਲੈਵਲ ਤੇ ਹੈਗਾ। ਅਜੇ ਤੱਕ ਅਸੀਂ ਬਠਿੰਡੇ ਦੇ ਵਿੱਚ, ਮਾਨਸੇ ਦੇ ਵਿੱਚ ਕੁਝ ਕੈਂਪਸ ਇਹੋ ਜਿਹੇ ਵੇਖੇ ਹੈਗੇ ਨੇ, ਬਟ ਬ੍ਰੌਡਲੀ ਗਰਾਊਂਡ ਦੇ ਉੱਤੇ ਐਸੇ ਜ਼ਿਆਦਾਤਰ ਜਿਹੜੇ ਕੈਂਸਰ ਡਿਟੈਕਸ਼ਨ ਫॉर ਇੰਸਟੈਂਸ ਕੈਂਪਸ ਦੀ ਗੱਲ ਕਰ ਲਈਏ, ਇਹ ਦੇ ਆਰ ਬੀਇੰਗ ਫੰਡਡ ਬਾਈ NRIs। ਉਹਦੇ ਵਿੱਚ ਸਟੇਟ ਗਵਰਨਮੈਂਟ ਦਾ ਆਪਣਾ ਕਿੱਡਾ ਵੱਡਾ ਕੰਪੋਨੈਂਟ ਹੈ, ਕਿੰਨੇ ਵੱਡੇ ਲੈਵਲ ਦੀ ਮੋਬਿਲਾਈਜੇਸ਼ਨ ਇਹ ਹੋਣ ਜਾ ਰਹੀ ਹੈ। This is a 100% project of the Punjab government. This is not a center ਦਾ ਜੋ ਵੀ ਸਕੀਮਸ ਹੈਗੀਆਂ ਉਹ ਅਲੱਗ ਹੈ। ਇਹ ਫਰੀਦਕੋਟ 'ਚ ਇੱਕ ਪਾਇਲਟ ਸਟੱਡੀ ਹੋਈ ਹੈ ਜਿਸ ਹਰ ਘਰ 'ਚ ਜਾ ਕੇ PGI ਤੇ ਏਮਸ ਦਾ ਬਣਾਇਆ ਹੋਇਆ ਕੁਐਸਚਨਰ ਉਹ ਲੋਕਾਂ ਤੇ ਪੁੱਟਨ ਕੀਤਾ ਗਿਆ, ਜਿਹਦੇ 'ਚ ਸਾਰੇ ਨੋਡਲ ਆਫਿਸਰਸ ਆਏ, ਜਿਹਦੇ ਵਿੱਚ अर्ਲੀ ਡਿਟੈਕਸ਼ਨ ਹੋਈ ਫॉर ਕੈਂਸਰ। ਉਹਦੇ 'ਚ ਜਿਹੜੀਆਂ ਜਨਾਨੀਆਂ ਦਾ ਸ਼ੱਕ ਜਾਂ ਬੰਦਿਆਂ ਦਾ ਸ਼ੱਕ ਹੋਇਆ ਉਹਨਾਂ ਨੂੰ ਸੈਂਟਰਸ ਤੇ ਬੁਲਾਇਆ ਗਿਆ ਤੇ ਸਾਰਿਆਂ ਦੇ ਪੈਪਸਮੀਅਰ ਹੋਏ ਤਾਂ ਬ੍ਰੈਸਟ ਦੀ ਮੈਮੋਗ੍ਰਾਫੀ ਹੋਈ, ਜਿੰਨੇ ਵੀ ਟੈਸਟ ਜ਼ਰੂਰੀ ਹੈ ਸਾਨੂੰ ਡਾਇਗਨੋਸ ਕਰਨ ਲਈ। ਫਰੀਦਕੋਟ 'ਚ ਪਾਇਲਟ ਸਟੱਡੀ ਹੋਈ, 1 ਦਸੰਬਰ ਨੂੰ ਸਾਰੇ ਪੰਜਾਬ 'ਚ ਲਾਂਚ ਹੋ ਰਹੀ ਹੈ। ਸੋ ਦੈਟ ਮੀਨਸ ਅਸੀਂ ਹਰ ਪੰਜਾਬ ਦੇ ਹਰ ਘਰ 'ਚ ਜਾ ਕੇ अर्ਲੀ ਸਾਈਨਸ ਆਫ ਕੈਂਸਰ ਕੱਢ ਲਾਂਗੇ, ਜਿਹੜਾ ਕਿ ਅੱਜ ਤੱਕ ਕਦੇ ਨਹੀਂ ਹੋਇਆ। ਬਿਕੋਜ਼ ਡੇਟਾਬੇਸ ਬਣਾਉਣਾ, ਉਸ ਨੂੰ ਕੈਟਾਲੋਗਿੰਗ ਕਰਨਾ ਹੈ ਆਪਣੇ ਆਪ ਦੇ ਵਿੱਚ। ਸੋ ਵੀ ਆਰ ਡੂਇੰਗ ਇਟ ਡੇਟਾਬੇਸਡ ਵਟਐਵਰ ਇਜ਼ ਬੀਇੰਗ ਡਨ। ਸੋ ਜਿਹੜਾ ਬਹੁਤ ਹੀ ਇਹਦਾ ਅੱਗੇ ਕੋ ਵਾਸਟ ਰੂਪ ਹੈ
ਉਹ ਅੰਮ੍ਰਿਤਸਰ 'ਚ ਕਰਨ ਜਾ ਰਹੀ ਹਾਂ, ਕਿਉਂਕਿ ਇੱਕ ਫੋਕਸ ਕਰਨਾ ਚਾਹ ਰਹੀ ਹਾਂ, ਇਹ ਨਹੀਂ ਕਿ ਸਾਰੇ ਪੰਜਾਬ 'ਚ ਹੋਵੇ। ਤੇ ਉਹਦੇ ਵਿੱਚ ਅਸੀਂ ਬਹੁਤ ਸਾਰੀਆਂ ਜਿਹੜੀਆਂ ਰੈਗੂਲਰ ਹੈ, ਹੁਣੇ ਬਾਦਲ ਸਾਹਿਬ ਨਾਲ ਸਾਡੇ ਸੈਕਟਰੀ ਹੈਲਥ ਯੂਨੀਅਨ ਦੇ ਨਾਲ ਮੀਟਿੰਗ ਹੋਈ ਹੈ, ਜਿਸ ਪੈਂਟਾਵੈਲੈਂਟ ਵੈਕਸੀਨ ਅਸੀਂ ਮੰਗੀ ਹੈ, ਬਾਦਲ ਸਾਹਿਬ ਨੇ ਮੰਗੀ ਹੈ, ਜਿਹੜੀ ਕਿ ਬਹੁਤ ਛੇਤੀ ਆਈ ਥਿੰਕ ਹੋ ਜਾਏਗੀ। No, that's not cancer specific, that is ਬੱਚਿਆਂ ਦੀ ਇਮਿਊਨਾਈਜੇਸ਼ਨ ਅਗੇਂਸਟ ਹੈਪੇਟਾਈਟਸ ਆਲਸੋ, ਹਿਬ ਆਲਸੋ, ਇਹ ਫ੍ਰੀ ਆਊਗੀ ਉੱਥੋਂ। ਦੈਨ ਸਾਡਾ ਸਾਰਕ ਦਾ ਹਸਪੀਟਲ ਇੱਕ ਨਵਾਂ ਅਮੇਜ਼ਿੰਗ ਪ੍ਰੋਜੈਕਟ ਜਿਹੜਾ ਬਾਦਲ ਸਾਹਿਬ ਨੇ ਪਿਛਲੇ ਕੈਂਪ 'ਚ ਹੋਇਆ ਸੀ, ਕਿ ਪਾਕਿਸਤਾਨ ਦੇ ਡਾਕਟਰ ਆਏ, ਸਾਡੀ ਉਹਨਾਂ ਨਾਲ ਗੱਲਬਾਤ ਹੋਈ। ਅਸੀਂ ਹੁਣ ਸੁਖਬੀਰ ਭਾਜੀ ਪਾਕਿਸਤਾਨ ਗਏ ਹਾਂ, ਵੀ ਆਰ ਟਾਕਿੰਗ ਆਫ ਓਪਨ ਬਾਰਡਰ, ਨਾਓ ਵੀ ਆਰ ਟਾਕਿੰਗ ਆਫ ਅ ਵੀਜ਼ਾ। ਕਿਉਂ? ਕਿਉਂਕਿ ਹੈਲਥ ਸੈਕਟਰ ਲਈ ਉਹ ਬੰਦੇ ਅੰਮ੍ਰਿਤਸਰ ਆਣ। ਅੰਮ੍ਰਿਤਸਰ ਕੀ ਖੋਲ ਰਹੇ ਆ, ਉਹਨਾਂ ਨੇ ਮੈਨੂੰ ਜਗ੍ਹਾ ਕੀਤੀ, ਮੈਂ 1 ਮਹੀਨੇ ਦੇ ਵਿੱਚ ਜਗ੍ਹਾ ਲੱਭਤੀ। ਉਹਨਾਂ ਨੇ ਮੇਰੇ ਤੋਂ 8 ਏਕੜ ਮੰਗੇ, ਮੈਂ 13 ਏਕੜ ਲੱਭਤੇ। ਉਹਦੇ 'ਚ 700 ਕਰੋੜ ਦਾ ਸਾਰਕ ਦਾ ਹਸਪੀਟਲ ਖੁੱਲ ਰਿਹਾ। ਫਿਰ ਇੱਕ ਹੁਣ ਕੈਂਸਰ ਦਾ ਰੀਜਨਲ ਸੈਂਟਰ ਖੁੱਲ ਰਿਹਾ, ਜਿਹੜਾ ਪਹਿਲਾਂ ਫਰੀਦਕੋਟ ਖੁੱਲਿਆ, ਹੁਣ 60 ਕਰੋੜ ਦਾ ਅੰਮ੍ਰਿਤਸਰ 'ਚ ਖੁੱਲ ਰਿਹਾ। ਤੁਸੀਂ ਸ਼ਾਇਦ ਕਦੇ ਨਹੀਂ ਸੁਣਿਆ ਹੋਣਾ ਕਿ ਇੰਨਾ ਹੈਲਥ ਸੈਕਟਰ ਦੇ ਵਿੱਚ ਇੰਨਾ ਪੈਸਾ ਲੱਗ ਰਿਹਾ। ਇੱਕ ਵੱਡਾ ਕੈਂਸਰ ਇੰਸਟੀਚਿਊਟ ਮੁੱਲਾਂਪੁਰ ਖੁੱਲ ਰਿਹਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਲੇਕਿਨ ਮੈਂ ਫਿਰ ਉਸੇ ਗੱਲ ਤੇ ਆਵਾਂਗਾ, ਹਾਲਾਂਕਿ ਉਹਦਾ ਜਵਾਬ ਰਹਿ ਗਿਆ ਸੀਗਾ। ਮੁੱਦਾ ਖੜਾ ਹੋ ਰਿਹਾ ਵੀ ਬਹੁਤ ਸੀ ਐਸੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ, ਕੇਂਦਰ ਦੀਆਂ ਸਕੀਮਾਂ ਹੈਗੀਆਂ, ਜਿਨ੍ਹਾਂ ਦਾ ਪਤਾ ਹੀ ਨਹੀਂ ਹੈਗਾ। ਸੋ ਹਾਊ ਡੂ ਵੀ ਗੈਟ ਇਨਟੂ ਦੈਟ? ਇਹ ਚੀਜ਼ਾਂ ਤਾਂ ਪੋਸੀਬਲ ਹੋ ਪਾ ਰਹੀਆਂ ਕਿਉਂਕਿ ਅਵੇਅਰਨੈਸ ਦੇ ਲੈਵਲਸ ਵਧੇ ਨੇ, ਸਾਡਾ ਤੰਤਰ ਚੰਗੀ ਤਰ੍ਹਾਂ ਕੰਮ ਕਰ ਰਿਹਾ। ਨਾਓ ਵੀ ਆਰ ਮੋਰ ਅਲਰਟ। ਫॉर इंस्टेंस ਤੁਸੀਂ ਹੈਪੇਟਾਈਟਿਸ ਬੀ ਦੀ ਵੈਕਸੀਨ ਦੀ ਗੱਲ ਕੀਤੀ, ਇਹ ਮੰਗਾਈ ਜਾ ਰਹੀ ਹੈ। ਇਹ ਚੀਜ਼ ਤਾਂ ਆਟੋਮੇਟਿਡ ਹੋਣੀ ਚਾਹੀਦੀ ਹੈ। ਸਾਡਾ ਸਿਸਟਮ ਨੈਸ਼ਨਲ ਸਟੇਟਸ ਦੇ ਵਿੱਚ ਇਸ ਰਾਬਤਾ ਹੋਣਾ ਚਾਹੀਦਾ ਵੀ ਚੀਜ਼ਾਂ ਨੂੰ ਐਜ਼ ਐਨ ਅਚੀਵਮੈਂਟ ਕਿਉਂ ਦਿਖਾਇਆ ਜਾਵੇ ਵੀ ਬਾਦਲ ਸਾਹਿਬ ਨੇ ਮੰਗਾ ਲਈ ਹੈਗੀ। ਸੋ ਮਾਈ ਪੁਆਇੰਟ ਇਜ਼ ਵੈਰੀ ਡਿਫਰੈਂਟ ਵੀ ਕੀ ਉਸ ਲੈਵਲ 'ਤੇ ਹਜੇ ਵੀ ਘਾਟ ਹੈਗੀ, ਜਿਹਨੂੰ ਕਿ ਅਕਸਰ ਵਿਰੋਧੀ ਤਰ੍ਹਾਂ ਕਹਿੰਦੀਆਂ ਹੈਗੀਆਂ ਵੀ ਪੰਜਾਬ ਦੇ ਵਿੱਚ ਬਹੁਤ ਫੰਡ ਲੈਪਸ ਕਰ ਜਾਂਦੇ, ਪਤਾ ਹੀ ਨਹੀਂ ਹੈਗਾ ਜੀ ਇੱਥੇ ਕੰਮ ਨਹੀਂ ਹੋ ਰਿਹਾ, ਬਿਕੋਜ਼ ਉਹਦੇ ਕਾਰਨ ਵੀ ਕ੍ਰਿਟਿਸਿਜ਼ਮ ਬਹੁਤ ਹੁੰਦਾ। ਦੇਖੋ ਹੈਲਥ ਸੈਕਟਰ, ਮੇਰਾ ਡੋਮੇਨ ਹੈਲਥ ਸੈਕਟਰ ਹੈ। ਹੈਲਥ ਸੈਕਟਰ ਦੀਆਂ ਜਿੰਨੀਆਂ ਯੂਨੀਅਨ ਦੀਆਂ ਸਕੀਮਾਂ ਨੇ, ਉਹ ਕਿਤਾਬਾਂ ਮੈਂ 3 ਵਾਰ ਰੱਟ ਚੁੱਕੀ। ਉਹਦੀ ਕੋਈ ਸਕੀਮ ਨਹੀਂ ਮੈਂ ਛੱਡੀ ਜਿਹੜੀ ਕਿ ਮੈਂ ਕਾਰਨਰ ਨਹੀਂ ਕਰ ਰਹੀ, ਐਂਡ ਕੋਈ ਇਹੋ ਜਿਹੀ ਸਕੀਮ ਨਹੀਂ ਜਿਹੜੀ ਬਾਕੀ ਸਟੇਟਸ ਕੰਮ ਕਰ ਰਹੀ ਹੈ ਤਾਂ ਸਾਡੇ ਨਹੀਂ ਕੰਮ ਕਰੂਗੀ। ਜਿਵੇਂ ਨੋਵਾਰਟਿਸ ਆ ਰਹੀ ਹੈ ਆਰੋਗਯ ਪਰਿਵਾਰ ਲਈ। Are we very aggressive on that front? Are you sure? Very aggressive, and I'm touching all the points simultaneously. That's why मेरी यूनियन मिनिस्ट्री नाल इन्नियां मीटिंग्स होंदियां। I'll make sure that these things work, and they will work, because funds हैगे उत्थे लेके आने, उन्होंने सिस्टमैटिक तरीके नाल, ये साडा फर्ज है, बादल साहब का नहीं है। बादल साहब को सारा पंजाब है, बहुत सारे सेक्टर्स हैं। हेल्थ होने के नाते हेल्थ मेरे को है, एंड आई विल डू इट, बट आई एम स्टडिंग इन डिटेल ईच एंड एवरी कॉर्नर, एंड वी आर ऑन द ट्रेनिंग प्रोसेस, जिथे कि असी एनेस्थीसिया देने लई डॉक्टर्स नू ट्रेन किया, जिहड़ा कि पहली बार हो रहा है। ऑफकोर्स देयर सो मेनी थिंग्स कमिंग इन, इट टेक्स टाइम, बट ऑफकोर्स ट्रेनिंग्स हो रही हैं, न्यूनेटल रिससटेशन दी ट्रेनिंग्स हो रही हैं, सो बहुत कुछ चल रहा है, एंड यू आर रियली वर्किंग हार्ड ऑन इट। ओवरऑल वैलनेस की गल की जाए, पंजाब का वर्ल्ड वाइड क्रिटिसिज्म, नेशन वाइड क्रिटिसिज्म है। राहुल गांधी इत्थे आंदे ने, ड्रग के उत्ते पंजाब नशेड़ी हैगा, सर्टन सबसटैंशियल परसेंटेज दे पंजाब दे जिहड़े युवा हैगे ने वो नशिਆਂ ਦੇ शिकार हैगे ने। इस चीज़ ਨੂੰ ਮੰਨਣ ਦੇ ਵਿੱਚ, ਇਸ ਚੀਜ਼ ਦੀ ਐਡਮਿਸ਼ਨ ਦੇ ਵਿੱਚ देयर हैव बीन डिफरेंसेस। ਤੁਹਾਡੀਆਂ ਕੁਝ ਸਟੇਟਮੈਂਟਸ ਅਖਬਾਰ 'ਚ ਰਿਪੋਰਟ ਹੋਈਆਂ, ਉਸ ਤੋਂ ਬਾਅਦ ਸਰਕਾਰ ਨੇ ਉਸ ਚੀਜ਼ ਦਾ ਬੁਰਾ ਵੀ ਮਨਾਇਆ ਹੈਗਾ। ਉਹ ਸਾਰੀ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਇਸ ਪੂਰੀ ਪ੍ਰੋਬਲਮ ਨੂੰ ਕਿੱਥੇ ਮੰਨਦੇ ਹੋ? ਮੈਂ ਤੁਹਾਨੂੰ ਦੱਸਿਆ ਮੇਰਾ ਪਾਇਲਟ ਪ੍ਰੋਜੈਕਟ ਲਾਂਚ ਹੀ ਹੋ ਰਿਹਾ ਹੈ। ਇਹਦੇ ਵਿੱਚ ਡਰਗ ਡੀ ਐਡਿਕਸ਼ਨ ਕੈਂਪੇਨ है। ਅਸੀਂ ਹਰ डिस्ट्रिक्ट हॉस्पिटल बेड्स बनाते हैं, बेड्स फिक्स करते हैं। साइकेट्रिस्ट are they focusing on the youth in particular? We are focusing on each and every house, and ਇਹਦੇ ਵਿੱਚ each and every house ਜਿੱਥੇ ਕਿ ਡਰਗ ਡੀ ਐਡਿਕਸ਼ਨ ਦੇ ਸਪਿਰਚੁਅਲ ਐਂਡ ਕੰਪੋਨੈਂਟ ਦੂਜਾ। ਹੁਣ ਮੇਨ ਪ੍ਰੋਬਲਮ ਕੀ ਸੀ, 95% ਜਿਹੜੇ ਡੀ ਐਡਿਕਸ਼ਨ ਸੈਂਟਰ ਸੀ ਸਾਰੇ ਇਲੀਗਲ ਸੀਗੇ, ਹੈ ਨਾ। ਹੁਣ ਕੀ ਹੋ ਰਿਹਾ ਹੈ ਕਿ ਉਹ ਸਾਰੇ ਸੈਂਟਰਸ ਨੂੰ ਅਸੀਂ ਆਫੀਸ਼ੀਅਲ ਸੈਂਟਰਸ ਦੇ ਰਹੇ ਹਾਂ, ਜਿਹੜੇ ਅੱਜ ਤੱਕ ਨਹੀਂ ਸੀ। ਅਸੀਂ ਫਿਕਸ ਕਰ ਰਹੇ ਹਾਂ ਬੈਡਸ। ਸੈਂਟਰਸ ਦਾ ਮਤਲਬ ਹੈ ਉਹਦੇ ਵਿੱਚ ਬਹੁਤ ਕੁਝ ਹੈ, ਡਿਸਟ੍ਰਿਕਟ ਹਸਪੀਟਲਸ ਤੇ ਸਾਡੇ ਸੋ ਦੈਟ ਇਜ਼ ਅ ਚੈਨਲ। ਨਾਓ ਵਾਟ ਆਈ ਐਮ ਡੂਇੰਗ, ਮੈਂ ਤੁਹਾਨੂੰ ਫਿਰ ਉਸੇ ਗੱਲ ਤੇ ਲੈ ਕੇ ਆ ਰਹੀ ਹਾਂ ਕਿ ਪਾਇਲਟ ਸਟੱਡੀ ਇਨ ਅੰਮ੍ਰਿਤਸਰ, ਇਟ ਵਿਲ ਬੀ ਫੋਲੋਡ ਇਨ ਦ ਹੋਲ ਆਫ ਪੰਜਾਬ। ਕਿੰਨੇ ਡੀ ਐਡਿਕਸ਼ਨ ਸੈਂਟਰ ਤੁਸੀਂ ਕਿੰਨੇ ਡੀ ਐਡਿਕਸ਼ਨ ਸੈਂਟਰ ਪੰਜਾਬ 'ਚ ਇਨਵੈਸਟ ਕਰਦੇ ਹੋ? ਕਿੰਨੇ ਹੋਣੇ ਚਾਹੀਦੇ ਨੇ? ਤੁਸੀਂ 95% ਦੀ ਗੱਲ ਕਹੀ, ਅਸੀਂ ਖੁਦ ਦੇਖੇ ਹੈਗੇ ਨੇ ਕਿਸ ਤਰੀਕੇ ਨਾਲ ਮੇਕਸ਼ਿਫਟ ਅਰੇਂਜਮੈਂਟਸ ਹੁੰਦੇ ਨੇ, ਕਿੰਨੇ ਉੱਥੇ ਕਰੂਰਤਾ ਹੁੰਦੀ ਨੇ, ਉੱਥੇ ਸਭ ਕੁਝ ਰਹਿੰਦਾ ਹੈਗਾ। ਬਟ ਪੰਜਾਬ ਦੀ ਜੋ ਪ੍ਰੋਬਲਮ ਹੈਗੀ ਉਹਦੇ ਵਿੱਚ ਸਾਨੂੰ ਕਿੰਨੇ ਕਿ ਡੀ ਐਡਿਕਸ਼ਨ ਸੈਂਟਰਸ ਐਟ ਸਰਟਨ ਸਟੇਜ ਚਾਹੀਦੇ ਹੋਣਗੇ, ਜੋ ਕਿ ਤੁਸੀਂ ਕਹਿ ਰਹੇ ਹੋ ਬਾਰ-ਬਾਰ, ਉਹਦੇ ਵਿੱਚ ਸਾਈਕੈਟ੍ਰਿਕ ਕਾਉਂਸਲਿੰਗ ਵੀ ਆ ਰਹੀ ਹੈ, ਸਭ ਕੁਝ ਆ ਰਿਹਾ ਹੈਗਾ। ਸੋ ਫਿਰ ਉਹੀ ਲੜਾਈ ਹੋਗੀ। ਮੈਂ ਕਹਿ ਰਹੀ ਹਾਂ ਸਾਈਕੈਟਰੀ ਐਜ਼ ਅ ਮੇਜਰ ਸਬਜੈਕਟ, ਅੱਖ ਦਾ ਮੇਜਰ ਸਬਜੈਕਟ ਹੈ, ਕੰਨ ਮੇਜਰ ਹੈ, ਸਾਈਕੈਟਰੀ ਮੇਜਰ ਨਹੀਂ ਹੈ। ਅੱਜ ਦੀ ਡੇਟ ਤਾਂ ਸਾਈਕੈਟਰੀ ਮੇਜਰ ਹੈਗੀ। ਇੰਨੇ ਸੁਸਾਈਡਸ ਐਂਡ ਡਿਪਰੈਸ਼ਨ ਹੈ, ਕਿੰਨੇ ਸੈਂਟਰ ਉਹਦੇ ਲਈ ਬਹੁਤ ਰਿਸੋਰਸਿਸ ਚਾਹੀਦੇ ਨੇ। ਸਾਰਾ ਮੈਡੀਕਲ ਆਫੀਸਰ, ਸਾਰੇ ਮੈਡੀਕਲ ਆਫੀਸਰ ਸਾਈਕੈਟਰੀ ਚ ਟ੍ਰੇਨ ਹੋ ਜਾਣ ਤਾਂ ਹਰ ਮੈਡੀਕਲ ਆਫੀਸਰ ਸੈਂਟਰ ਹੈ। ਯੂ ਅੰਡਰਸਟੈਂਡ, ਸਾਈਕੈਟਰੀ ਇਜ਼ ਟੇਕਨ ਐਜ਼ ਅ ਮੇਜਰ ਸਬਜੈਕਟ। ਹੁਣ ਮੈਂ ਤਾਂ ਇਹ ਨਹੀਂ ਉਹਦੇ ਵਿੱਚ ਰਿਟੈਂਸ਼ਨ ਆਫ ਦ ਪੇਸ਼ੈਂਟ ਇਨ ਦ ਹਸਪੀਟਲ, ਪ੍ਰੋਵਾਈਡਿੰਗ ਹਿਮ, ਕੀਪਿੰਗ ਹਿਮ ਥਰੂ ਆਊਟ ਦ ਡੇ। ਨਹੀਂ, ਜ਼ਰੂਰੀ ਨਹੀਂ ਹੈ। ਅੱਜ ਕੱਲ ਡਰੱਗਸ ਇੰਨੀ ਅੱਛੀ ਆ ਗਿਆ, देयर इज नो रिटेंशन ਦੀ ਨੀਡ ਹੀ ਨਹੀਂ ਹੈ। ਹੁਣ ਅਸੀਂ ਕੈਂਪਸ ਜਦੋਂ ਲਾ ਰਹੇ ਹਾਂ
10 दिन ਮਰੀਜ਼ ਨੂੰ ਆਪਣੇ ਕੋਲ ਰੱਖਾਂਗੇ ਤੇ 10 ਦਿਨ ਦੇ ਵਿੱਚ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਇੱਕ ਹੋਰ ਦਵਾਈ ਦਿੱਤੀ ਜਾਂਦੀ ਹੈ ਜਿਹਦੇ ਨਾਲ ਉਹ ਬੜੇ ਆਰਾਮ ਨਾਲ ਕੰਫਰਟੇਬਲੀ ਛੱਡ ਦੂਗਾ। ਲੋਕ ਛੱਡਣਾ ਚਾਹ ਰਹੇ ਹਨ, ਅਸੀਂ ਉਹਨਾਂ ਤੱਕ ਪਹੁੰਚ ਕੇ ਉਹਨਾਂ ਨੂੰ ਪ੍ਰੋਪਰ ਸੈਂਟਰ ਤੇ ਪਹੁੰਚਾਣਾ, ਯੂ نو ਇੱਕ ਆ ਫੋਬੀਆ ਹਟਾਣਾ। ਇਹਦੇ ਨਾਲ ਨਾਲ ਅਸੀਂ ਚੌਪਾਲ ਨਾਲ ਮੈਂ ਗੱਲ ਕੀਤੀ ਹੈ ਜਿਹੜੀ ਵਿਮਨ ਇੰਪਾਵਰਮੈਂਟ ਤੇ ਆ ਜਾਂਦੀ ਹੈ। ਹੁਣ ਜਿਹੜੇ ਘਰ ਬਿਲਕੁਲ ਇਫੈਕਟਡ ਨੇ, ਜਿੱਥੇ ਬਿਲਕੁਲ ਖਾਣਾ ਪੀਣਾ ਸਭ ਖਤਮ ਹੋ ਗਿਆ, ਖਾਣ ਨੂੰ ਪੈਸੇ ਹੈ ਨਹੀਂ ਲੋਕਾਂ ਦੇ, ਸੋ ਉੱਥੇ ਅਸੀਂ ਵਿਮਨ ਨੂੰ ਇੰਪਾਵਰ ਕਰਨ ਲੱਗੇ ਹਾਂ ਕਿ ਉਹ ਕੋਈ ਆਪਣੀ ਮੈਂ ਗੱਲ ਚੌਪਾਲ ਵਾਲਿਆਂ ਦੇ ਹੈਡ ਨਾਲ ਕੀਤੀ ਹੈ ਜਿੱਥੇ ਕਿ ਮਾਈਕਰੋ ਫਾਈਨੈਂਸਿੰਗ ਹੋ ਰਹੀ ਹੈ, ਜਿੱਥੇ ਕਿ ਲੀਸਟ ਇੰਟਰਸਟ ਤੇ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ, ਇਹਨਾਂ ਨੂੰ ਦੱਸਿਆ ਜਾਊਗਾ। ਐਂਡ ਲੇਡੀ ਨੂੰ, ਕਿਉਂਕਿ ਲੇਡੀ ਇਫੈਕਟਡ ਹੈ, ਉਹ ਧਿਆਨ ਨਾਲ ਕੰਮ ਵੀ ਕਰੇਗੀ, ਚਲਾਏਗੀ ਵੀ ਤੇ ਪੈਸਾ ਵੀ ਪ੍ਰੋਪਰ ਟਾਈਮ ਤੇ ਰਿਟਰਨ ਕਰੇਗੀ। ਜਿੱਥੇ ਡਰੱਗਸ ਦੀ ਗੱਲ ਆਈ ਹੈ, ਹੁਣ ਸੈਂਟਰ ਗੱਲਾਂ ਮਾਰਦੀ ਹੈ, ਸੈਂਟਰ ਨੇ ਅੱਜ ਤੱਕ ਯੂਥ ਨੂੰ ਨੌਕਰੀਆਂ ਦੇਣ ਲਈ ਪੰਜਾਬ ਦੇ ਨੂੰ ਕੀ ਕੀਤਾ, ਕਿਹੜੀ ਇੰਡਸਟਰੀ ਖੋਲਤੀ? ਬਾਰਡਰ ਬੈਲਟ ਹੈ, ਡਿਫਿਕਲਟ ਬੈਲਟ ਹੈ, ਨੌਕਰੀਆਂ ਤਾਂ ਸਟੇਟ ਨੇ ਦੇਣੀਆਂ ਹੈਗੀਆਂ, ਸਟੇਟ ਐਡਾ ਭਲਾ ਕਰ ਰਹੀ ਹੈ ਤਾਂ ਸਟੇਟ ਕੋਲ ਪੈਸੇ ਕਿੱਥੇ ਹੈ? ਸਟੇਟ ਕੋਲ ਪੈਸੇ ਕਿੱਥੇ ਹੈ? 90% ਪੈਸੇ ਤਾਂ ਉਹ ਲੈ ਜਾਂਦੇ ਆ। ਨੌਕਰੀਆਂ ਤਾਂ ਪੈਸੇ ਨਾਲ ਨਹੀਂ, ਨੌਕਰੀਆਂ ਤਾਂ ਵਿਜ਼ਨ ਨਾਲ ਦੇਣੀਆਂ ਹੈਗੀਆਂ। ਹਾਂ ਨਹੀਂ, ਵਿਜ਼ਨ ਤਾਂ ਹੁਣ ਆਫ ਕੋਰਸ ਹੁਣ ਸੁਖਬੀਰ ਭਾਜੀ ਕਦੇ ਉਧਰ ਜਾ ਕਦੇ ਪਾਕਿਸਤਾਨ ਜਾ, ਰੋਜ਼ ਇੰਡਸਟਰੀਅਲਿਸਟ ਨੂੰ ਮਿਲ, ਹੀ ਇਜ਼ ਫਾਈਟਿੰਗ ਔਨ ਇਟ, ਵੀਲ ਗੈਟ ਇੰਡਸਟਰੀ, ਯੂ نو ਵੀ ਆਰ ਮੇਕਿੰਗ ਥਿੰਗਸ ਵੈਰੀ ਈਜ਼ੀ ਫॉर ਇੰਡਸਟਰੀ, ਹੀ ਇਜ਼ ਵਰਕਿੰਗ ਸੋ ਹਾਰਡ, ਹੀ ਇਜ਼ ਗੋਨ ਟੂ ਪਾਕਿਸਤਾਨ ਜਸਟ ਕਿ ਟ੍ਰੇਡ ਖੁੱਲੇ, ਯੂ نو। ਬਟ ਡਿਫਿਕਲਟ ਏਰੀਆ ਕਹਿ ਕੇ, ਟੈਰਰਿਸਟ ਇਫੈਕਟਡ ਏਰੀਆ ਕਰਕੇ ਇੰਨੇ ਸਾਲ ਮਨਮੋਹਨ ਸਿੰਘ ਜੀ ਨੇ ਕਦੋਂ ਪੈਕੇਜ ਦਿੱਤਾ ਹੈ? Being a Sardar, being a Punjabi, he promised, you know, then we fought for a heritage status for Amritsar. Where is the money? No money for Punjab. Just because ਤੁਸੀਂ ਸਰਕਾਰ ਚੋਂ ਤੁਸੀਂ ਥ੍ਰੈਟ ਕਰ ਦਿੰਦੇ ਹੋ ਕਿ ਅਸੀਂ ਵਿਡਰਾ ਕਰ ਲਾਂਗੇ, ਤੁਹਾਨੂੰ ਪੈਸੇ ਮਿਲ ਜਾਂਦੇ, ਸਾਨੂੰ ਕੌਣ ਪੈਸੇ ਦੇਗਾ? ਸੋ ਉਹਨਾਂ ਨੂੰ ਦਿਖ ਨਹੀਂ ਰਿਹਾ। ਲੇਕਿਨ ਇਹ ਗੱਲ ਹੈ ਵੀ ਸਟੇਟ ਗਵਰਨਮੈਂਟ ਦਾ ਰਵੱਈਆ ਹੈਗਾ ਵੀ ਸੈਂਟਰ ਸਾਨੂੰ ਜ਼ਿਆਦਾ ਨਹੀਂ ਦਿੰਦਾ, ਇਮਦਾਦ ਨਹੀਂ ਦਿੰਦਾ, ਸਾਡੇ ਨਾਲ ਵਿਤਕਰਾ ਹੈ, ਤਮਾਮ ਕਿਸਮ ਦਾ ਇੱਕ ਪੋਲੀਟੀਕਲ ਰੈਟਰਿਕ ਹੈਗਾ। ਲੇਕਿਨ ਜੇ ਤੁਸੀਂ ਸਿਹਤ ਮਹਿਕਮੇ ਦੀ ਗੱਲ ਕਰੋ, ਯੂ ਹੈਵ ਨਾਟ ਬੀਨ ਏਬਲ ਟੂ ਨਾਟ ਯੂਟਿਲਾਈਜ਼ ਔਰ ਨਾਟ ਐਕਸਪਲੋਇਟ ਈਵਨ ਅ ਸਿੰਗਲ ਸਕੀਮ। ਉਹ ਸਲਾਹ ਦੇ ਵਿੱਚ ਅਸੀਂ ਸੈਂਟਰ ਨੂੰ ਮਾੜਾ ਕਿਉਂ ਕਹੀਏ? ਉਹਨਾਂ ਕੋਲ ਬਹੁਤ ਚੰਗੀਆਂ ਸਕੀਮਾਂ ਨੇ, ਉਹ ਸਾਡੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਹੈਗੇ ਨੇ। ਦੇयर इज नो ਰੀਜ਼ਨ ਵਾਈ ਵੀ ਸ਼ੁੱਡ ਕ੍ਰਿਬ ਗਿਵਨ ਦਾ ਫੈਕਟ ਦੇयर इज ਸਫੀਸ਼ੀਐਂਟ। ਸਾਡੀ ਕਾਬਲੀਅਤ ਤੇ ਡਿਪੈਂਡ ਕਰਦਾ ਅਸੀਂ ਕੀ ਲੈਣਾ ਚਾਹ ਰਹੇ ਕਿ ਨਹੀਂ। ਪੈਸਾ ਆਂਦਾ ਹੈ ਇੰਡਸਟਰੀ ਤੋਂ, ਇੰਡਸਟਰੀਅਲ ਰੈਵੋਲੂਸ਼ਨ ਚਾਹੀਦੀ ਹੈ ਇੱਕ ਵਾਰੀ ਇਸਟੈਬਲਿਸ਼ ਕਰਨ ਨੂੰ ਇੰਡਸਟਰੀ ਪੰਜਾਬ ਨੂੰ ਮੁੜ ਕੇ ਪੈਰਾਂ ਤੇ ਖੜੇ ਕਰਨ ਲਈ ਇੱਕ ਪੈਕੇਜ ਦੀ ਲੋੜ ਹੈ। ਅਸੀਂ ਨਹੀਂ ਕਹਿ ਰਹੇ ਅਸੀਂ ਸੈਲਫ ਸਸਟੇਨਿੰਗ ਨਹੀਂ ਆ, ਅਸੀਂ ਸੈਲਫ ਸਸਟੇਨਿੰਗ ਆ, ਅਸੀਂ ਸਾਰਾ ਕੁਝ ਕਰ ਲਾਂਗੇ, ਬਟ ਇਨੀਸ਼ੀਅਲ ਪੈਕੇਜ ਤਾਂ ਚਾਹੀਦਾ ਹੈ ਨਾ ਸਾਨੂੰ ਰਿਵਾਈਵ ਕਰਨ ਲਈ। ਹੁਣ ਮੈਂ ਡਰੱਗ ਡੀਡਿਕਟ ਕਰ ਦੂੰਗੀ, ਹੁਣ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਉਹ ਬੰਦਿਆਂ ਨੂੰ ਰੀਹੈਬਿਲਿਟੇਟ ਕਰਨਾ, ਰੀਹੈਬਿਲਿਟੇਸ਼ਨ ਵਿੱਚ ਉਹਨਾਂ ਦਾ ਮੁਰਵਸੇਵਾ ਹੋਰ ਫੈਕਟਰਸ ਨਾਲ ਕਿਉਂਕਿ ਮੈਂ ਇਹ ਚਾਹ ਰਹੀ ਹਾਂ ਕਿ ਡੀ ਐਡਿਕਸ਼ਨ ਜਦੋਂ ਹੀ ਮੈਂ ਕਰਾਂ ਉਹ ਯੂਥ ਨੂੰ ਮੈਂ EMPLOY ਕਰਦਾ, ਉਹਨਾਂ ਦੀ એનર્ਜੀ ਚੈਨਲਾਈਜ਼ ਕਰਨੀ ਹੈ। ਮੈਂ ਬਹੁਤ ਸਾਰੇ ਕੋਰਸਸ ਜੇਲਸ ਲਿੱਤੇ हैं, ਅਸੀਂ ਹੁਣ ਡੀਜੀਪੀ ਸਾਹਿਬ ਨਾਲ ਮੇਰੀ ਹੁਣੇ ਹੋਈ ਹੈ, ਉਹਨਾਂ ਨੇ ਮਾਸ ਸਕੇਲ ਦੇਖੋ ਅਸੀਂ ਇਕੱਠੇ ਕੰਮ ਕਰ ਰਹੇ ਹਾਂ, ਡੀਜੀਪੀ ਸਾਹਿਬ ਪੁਲਿਸ ਨੂੰ ਪੂਰੇ ਨਾਲ ਮੇਰੇ ਲਾਣਗੇ। ਹੁਣ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ, ਨੋਇਜ਼ ਪੋਲਿਊਸ਼ਨ ਦਾ ਮੁੱਦਾ ਮੈਂ ਉਠਾਇਆ, ਹੁਣ ਉਹਦੇ ਵਿੱਚ ਕਿੰਨੇ ਡਿਪਾਰਟਮੈਂਟਸ ਇਨਵੋਲਵ ਹੋਏ, ਪੋਲਿਊਸ਼ਨ ਬੋਰਡ ਇਨਵੋਲਵ ਹੋਇਆ, ਹੈਲਥ ਡਿਪਾਰਟਮੈਂਟ ਇਨਵੋਲਵ ਹੋਇਆ, ਪੁਲਿਸ ਡਿਪਾਰਟਮੈਂਟ ਇਨਵੋਲਵ ਹੋਇਆ, ਕਿਉਂਕਿ ਜਦੋਂ ਐਕਟ ਪੜਿਆ ਤੇ ਉਹ ਲੱਗਿਆ ਕਿ ਮੈਂ ਤਾਂ ਹੈਲਥ ਬਾਰੇ ਦੱਸਦਾ ਕਿ ਤੁਸੀਂ ਲੋਕਾਂ ਨੂੰ ਡੈਫ ਕਰ ਰਹੇ ਹੋ, ਵਿਆਹਾਂ ਤੇ ਇੰਨੀ ਉੱਚੀ ਨੋਇਜ਼ ਹੈ ਜਿਹੜੀ ਅਲਾਉਡ ਨਹੀਂ ਇੰਨੇ ਡੈਸੀਬਲਸ, ਤੁਸੀਂ ਅਲਟੀਮੇਟਲੀ ਲੋਕਾਂ ਦੀ ਹਾਰਟ ਦੀ ਪ੍ਰੋਬਲਮਸ ਆ ਰਹੀਆਂ, ਹਾਈਪਰਟੈਂਸ਼ਨ ਦੀ ਆ ਰਹੀ ਹੈ। ਮੈਂ ਐਡਾ ਵੱਡਾ ਪਲਿੰਦਾ ਜੇ ਮੈਂ ਕਹਾਂ ਤਾਂ ਮੈਂ 10 ਪੇਜਾਂ ਦਾ ਉਹ ਬਣਾਇਆ ਕਿ ਉਹ ਹਾਰਮ ਕਰ ਰਿਹਾ ਬੰਦੇ ਨੂੰ, ਪਰ ਨੋਇਜ਼ ਪੋਲਿਊਸ਼ਨ ਹੋ ਰਹੀ ਹੈ, ਪਰ ਉਹਨੂੰ ਚੈੱਕ ਕੌਣ ਕਰੇਗਾ? ਡਾਕਟਰ ਨੇ ਤਾਂ ਦੱਸਤਾ ਕਿ ਉਹਦਾ ਨੁਕਸਾਨ ਹੈ, ਪੋਲਿਊਸ਼ਨ ਬੋਰਡ ਚੈੱਕ ਕਰੇਗੀ, ਪੁਲਿਸ ਡਿਪਾਰਟਮੈਂਟ ਕਰੇਗੀ। ਸੋ ਕੰਪਰੀਹੈਂਸਿਵ ਇਕੱਠੇ ਹੋਣ ਦੀ ਗੱਲ ਹੈ। ਇਟ ਹੈਜ਼ ਟੂ ਬੀ ਅ ਪੋਲਿਟੀਕਲ ਵਿਲ, ਯੂ نو, ਯੂ ਕੈਨਟ ਟਾਕ ਆਫ ਇਸ ਕਿਸਮ ਦੀ ਕੋਈ ਨੋਡਲ, ਇਸ ਕਿਸਮ ਦੀ ਕੋਈ ਜਿਹੜੀ ਇੱਕ ਕੰਪੋਜ਼ਿਟ ਫਰੇਮਵਰਕ ਹੀ ਗਵਰਨਮੈਂਟ ਵਿੱਚ ਹੈ, ਇੰਟਰ ਜਿਹਨੂੰ ਆਪਾਂ ਕਹਿੰਦੇ ਇੰਟਰ ਮਿਨਿਸਟਰੀਅਲ ਕੋਆਰਡੀਨੇਸ਼ਨ, ਯੂ نو, ਵਿਚ ਇਜ਼ ਰਿਕੁਆਇਰਡ। ਇਕੱਲਾ ਇਹ ਇਸ਼ੂ ਨਹੀਂ ਹੈਗਾ। ਆਈ ਥਿੰਕ ਰੋਡ ਐਕਸੀਡੈਂਟਸ, ਯੂ نو, 3-4 ਹਜ਼ਾਰ ਜਾਨਾਂ ਪੰਜਾਬ ਵਿੱਚ ਹਰ ਸਾਲ ਸੜਕਾਂ ਤੇ। ਵੀ ਰੀਸੈਂਟਲੀ ਹੈਡ ਅ ਰੋਡ ਐਕਸੀਡੈਂਟ, ਜਸਪਾਲ ਪੱਟੀ ਸਾਹਿਬ ਦੇ ਉੱਤੇ ਮੌਤ ਹੋਈ, ਯੂ نو, all these things। ਇਹਦੇ ਲਈ ਸਾਨੂੰ ਇੰਟਰਮਿਨਿਸਟਰੀਅਲ ਕੋਆਰਡੀਨੇਸ਼ਨ ਚਾਹੀਦੀ ਹੈ। ਉਹ ਇੰਡੀਵਿਜੂਅਲ CPS, ਇੰਡੀਵਿਜੂਅਲ ਮਿਨਿਸਟਰ ਦੀ ਉਤਸ਼ਾਹ ਦੇ ਬਾਅਦ ਆਏ ਇਹ ਸੰਭਵ ਹੈ, ਬਟ ਡੂ ਯੂ ਥਿੰਕ that we need a framework also? Exactly, we need to sit together and work together, you know। ਅਸੀਂ minimal resources ਨੂੰ energize ਨਹੀਂ, use ਨਹੀਂ ਕਰ ਪਾ ਰਹੇ, ਯੂ نو, ਐਨਰਜੀ ਨੂੰ ਡਾਈਵਰਸਿਫਾਈ ਕੀਤਾ ਹੋਇਆ ਰਾਦਰ ਦੈਨ ਕੰਪੈਕਟ ਕਰਕੇ ਤੁਸੀਂ ਬੈਠੇ ਹੋ, ਮੈਂ ਬੈਠੀ ਹਾਂ, ਉਹ ਡਿਪਾਰਟਮੈਂਟ ਇਕੱਠੇ ਬੈਠ ਕੇ ਕੰਮ ਕਰੀਏ, ਸਿਨਰਜਾਈਜ਼ ਕਰੀਏ ਤਾਂ ਬਹੁਤ ਸਾਰਾ ਇਫੈਕਟ ਦੇ ਸਕਦੇ ਹਾਂ। ਜਿਹੜਾ ਕਿ ਹੁਣ ਮੈਂ ਹੈਲਥ ਸੈਕਟਰ ਦੀ ਰਿਸਪੌਂਸਿਬਿਲਿਟੀ ਲੈ ਰਹੀ ਹਾਂ, ਉਹਦੇ ਲਈ ਹੁਣ ਦੇਖੋ ਤੁਸੀਂ ਕਹੋਗੇ ਹੈਲਥ ਦੀ ਸਕੀਮ ਐਜੂਕੇਸ਼ਨ ਮਿਨਿਸਟਰ ਨੂੰ ਕਿਉਂ ਮਿਲੀ, DGP ਨੂੰ ਕਿਉਂ ਮਿਲੀ? ਕਿਉਂਕਿ ਮੈਨੂੰ ਪਤਾ ਸਿਹਤ ਉਹਨਾਂ ਤੋਂ ਬਿਨਾਂ ਨਹੀਂ ਆਣੀ। ਮੈਂ ਸਭ ਤੋਂ ਪਹਿਲਾਂ ਉਹ ਸੈਕਸ਼ਨ ਆਫ ਸੋਸਾਇਟੀ ਨੂੰ ਕਵਰ ਕਰਨਾ ਚਾਹ ਰਹੀ ਹਾਂ। ਮੈਂ ਜੇਲਸ ਬਹੁਤ ਜ਼ਿਆਦਾ ਕੋਰਸਿਸ ਕੀਤੇ हैं, ਸਤਸੰਗ ਕੀਤੇ हैं, ਕਿਉਂਕਿ ਉਹ ਸੈਕਸ਼ਨ ਆਫ ਸੋਸਾਇਟੀ ਹੈ ਜਿਹੜਾ ਥੋੜਾ ਜਿਹਾ ਸਾਡੇ ਤੋਂ ਹਟ ਕੇ, ਜਿਹੜਾ ਕਿ ਮੈਂ ਚਾਹਨੀ ਹਾਂ ਕਿ ਜਦੋਂ ਵਾਪਸ ਆਵੇ ਉਹ ਇੰਨਾ ਚੈਨਲਾਈਜ਼ਡ ਹੋਵੇ ਥਰੂ ਆਰ ਕੋਰਸਿਸ, ਥਰੂ ਆਰ ਪਿਆਰ, ਐਂਡ ਪਲੱਸ ਉਹਨਾਂ ਲਈ ਇੱਕ ਜੌਬ ਹੋਵੇ, ਇੱਕ ਓਪਰਚੁਨਿਟੀ ਦਿੱਤੀ ਜਾਵੇ ਤਾਂ ਕਿ ਉਹ ਸੋਸਾਇਟੀ 'ਚ ਆ ਕੇ ਦੁਬਾਰਾ ਉਹ ਕੰਮ ਨਾ ਕਰਨ। ਸੋ ਉਹ ਚੈਨਲਾਈਜ਼ੇਸ਼ਨ ਦੀ ਲੋੜ ਲਈ, ਜ਼ਰੂਰਤ ਲਈ ਅਸੀਂ ਜੇਲ੍ਹਾਂ 'ਚ ਜਾ ਰਹੇ ਹਾਂ। ਪਹਿਲੇ ਕੋਰਸਿਸ ਉੱਥੇ ਹੋਣਗੇ। ਮੈਂ ਸਤਸੰਗ ਲਈ ਵੀ ਗਈ ਹੈ, ਜਸਟ ਗਿਵ ਯੂ ਐਨ ਐਗਜ਼ਾਮਪਲ। ਸੋ ਦੇਰ ਸੋ ਮੈਨੀ ਪੀਪਲ, ਉਹਨਾਂ 'ਚੋਂ ਕਿੱਤਾ ਫੜਿਆ, ਮੈਡਮ ਬਾਹਰ ਆ ਕੇ ਤੁਹਾਨੂੰ ਮਿਲਾਂਗੇ,
मैं कोर्स कर लिया आर्ट ऑफ लिविंग ਦਾ मैं बिल्कुल ठीक हो गया पर मेरी नौकरी दवा दिओ यू नो मतलब ਉਹਦੇ ਵੱਲੋਂ ਫਰਸਟ ਇਹ ਆਇਆ ਮੈਨੂੰ ਨੌਕਰੀ ਦਵਾ ਦਿਓ ਨਾ ਉਹਨੂੰ ਰਿਲੈਕਸ ਨਾ ਹੋ ਜਾਵੇ ਉਸ ਫਾਰਮ ਦੇ ਵਿੱਚ ਬਿਕਾਜ਼ ਯੂ ਹੈਵ ਟੂ ਮੈਂ ਉਹਨੂੰ ਭੁੱਲ ਗਈ ਪਰ ਉਹ ਮੈਨੂੰ ਭੁੱਲਿਆ ਨਹੀਂ ਉਹ ਮੇਰਾ 5 ਨੰਬਰ ਮਾਲ ਰੋਡ ਮੇਰੀ ਕੋਠੀ ਕਰਕੇ ਬਾਹਰ ਆਂਦੇ ਸਾਰ ਮੇਰੇ ਕੋਲ ਖੜਾ ਹੋ ਗਿਆ ਸਲੂਟ ਮਾਰ ਕੇ ਮੈਡਮ ਕਹਿੰਦਾ ਨੌਕਰੀ ਫਿਰ ਮੈਂ ਚਲੋ ਇੱਕ ਜਾਣਾ ਸੀਗਾ ਮੈਂ ਉਹਨੂੰ ਕਰਾਤਾ ਅਲਫਾ ਮਾਲ ਚ ਲਵਾਤਾ ਉਹਨੂੰ ਨੌਕਰੀ ਮਿਲ ਗਈ ਉੱਥੇ ਮੈਨੂੰ ਹਰ ਵੇਲੇ ਸਲੂਟ ਮਾਰਦਾ ਫਿਰ ਉਹ ਆ ਗਿਆ 12 ਘੰਟੇ ਡਿਊਟੀ ਮੈਂ ਕਿਹਾ ਮੈਂ ਜਾਣ ਕੇ ਕਿਹਾ ताकि तू थक के सौ जाए तू दोबारा नशा ना करे तू 12 घंटे की ड्यूटी कर लेगा 6 महीने नशा नहीं करेगा तेरी 6 घंटे की ड्यूटी करा दूं सो यू नो ये नहीं है कि असं कर नहीं सकते बट अ कोहेसिव एफर्ट इज नीडेड जिदन इंडस्ट्री आ गई जिदन कम आ गया तुसी माइंड यू कोई भी यूथ नहीं चाहेगा कि मैं ड्रग्स करा मैं नौकरी ना करा यू हैव टू गिव एन ऑप्शन यू नो ਜਦੋਂ ਨੌਕਰੀ ਪਤਾ ਚੱਲੂਗਾ ਮੈਂ ਪੜ੍ਹ ਕੇ ਨੌਕਰੀ ਮਿਲਦੀ ਹੈ ਸਾਰੇ ਪੜ੍ਹਨਗੇ ਸਾਰੇ ਨੌਕਰੀ ਲਈ ਮਿਹਨਤ ਕਰਨਗੇ ਇੱਕ ਤੋਂ ਵੱਧ ਮਿਹਨਤ ਕਰਨਗੇ ਇੱਕ ਤੋਂ ਜ਼ਿਆਦਾ ਪ੍ਰੋਡਕਟਿਵ ਦੇਣਗੇ ਸੋ ਵੀ ਜਸਟ ਨੀਡ ਦੈਟ ਸੋ ਵੀ ਆਰ ਮਿਸਿੰਗ ਔਨ ਦੈਟ ਪੈਕੇਜ ਫਰਮ them but still I am very sure with the way Sukhbir Paji is meeting industrialists giving them open options you know that ਕੋਈ ਵੀ ਰਸਤਾ ਹੁਣ ਗੁਜਰਾਤ ਹੈ गुजरात सक्सेसफुल क्यों है मैं उत्थे दा सारा सिस्टम स्टडी करके आई आई बीन टू गुजरात आई बीन टू पूना टू स्टडी सॉलिड वेस्ट मैनेजमेंट यू नो आई एम वर्किंग ऑन ऑल साइमल्टेनियस थिंग्स हुण उत्थे की है सपोज एक बंदा आंदा है कि मैं इन्ना 200 करोड़ लेके आया ते मोदी साहब दा की हिसाब किताब है ਉਹਨੂੰ ਨਹੀਂ ਕਿਤੇ ਜਾਣਾ ਪੈਂਦਾ ਉਹ ਕਹਿੰਦੇ ਆ ਜਾ ਬਹਿ ਜਾ ਤੂੰ ਕਿਤੇ ਨਹੀਂ ਜਾਣਾ ਤੂੰ ਇੱਥੇ ਆ ਜਾ ਸਾਰੀ ਮਿਨਿਸਟਰੀ ਦੇ ਬੰਦੇ ਇੱਥੇ ਆਣਗੇ ਚਲੋ ਜੀ ਇਹਨੂੰ ਐਨਓਸੀ ਦਿਓ ਕੰਮ ਕਰੇ that needs to be done right so now Sukhbir Paji has understood this he has taken everything on himself he's meeting industrialists Gurgaon di conclave ਚ ਉਹਨਾਂ ਦੀ speech ਸੁਣੀ ਮੈਂ you know he talked to them ਕਹਿੰਦੇ we are ready with open arms you come to us we'll give you the best and the moment industry is established and we have good for them the youth will be focused on working and it is a beautiful Punjab and I will give health to Punjab I'm sure I'll do it and statements have to finally translate into actions and which hopefully would be ਜਾਂਦੇ ਜਾਂਦੇ ਆਖਰੀ ਸਵਾਲ ਤੁਸੀਂ ਸਿਨਰਜਾਈਜ਼ ਕਰਨ ਦੀ ਗੱਲ ਕਰ ਰਹੇ ਸੀ ਮੈਂ ਇੰਟਰ ਮਿਨਿਸਟਰੀਅਲ ਕੋਆਰਡੀਨੇਸ਼ਨ ਦੀ ਗੱਲ ਕਰ ਰਿਹਾ ਸੀਗਾ ਲੈਟਸ ਟਾਕ ਅਬਾਊਟ ਦ ਲਾਸਟ ਕ੍ਰਿਟੀਕਲ ਪੁਆਇੰਟ ਆਫ ਦ ਕੋਆਰਡੀਨੇਸ਼ਨ ਵਿਦਿਨ ਯੂਅਰ ਡਿਪਾਰਟਮੈਂਟ ਦੈਟ ਇਜ਼ ਤੁਸੀਂ ਆਪਣੇ ਸਿਹਤ ਮੰਤਰੀ ਸਾਹਿਬ ਦੇ ਨਾਲ ਤੁਹਾਡੀ ਕਿੰਨੀ ਕੋਆਰਡੀਨੇਸ਼ਨ ਹੈ ਇੱਕ ਪ੍ਰਭਾਵ ਹੈਗਾ ਵੀ ਲੈਫਟ ਹੈਂਡ ਡਜ਼ਨਟ ਨੋ ਵਟ ਅ ਰਾਈਟ ਹੈਂਡ ਇਜ਼ ਡੂਇੰਗ ਸੋ ਇਜ਼ ਇਟ ਅ ਫੈਕਟ ਦੈਟ ਮੈਂ ਵਰਡ ਯੂਜ਼ ਕਰ ਸਕਦਾ ਕਿ ਨਵਜੋਤ ਕੌਰ ਸਿੱਧੂ ਕਾਫੀ ਐਂਬਿਸ਼ੀਅਸ ਨੇ ਜੋ ਤੁਸੀਂ ਇਸ ਰਫਤਾਰ ਤੇ ਜਾ ਰਹੇ ਹੋ ਡੂ ਯੂ ਹੈਵ ਦ ਫੁੱਲ ਕੌਨਫੀਡੈਂਸ ਆਫ ਯੂਰ ਹੈਲਥ ਮਿਨਿਸਟਰ I don't think so ਕਿ ਉਹ ਮੈਂ ਕੋਈ ਚੰਗਾ ਕੰਮ ਕਰਦੀ ਹਾਂ ਤਾਂ ਅੱਜ ਤੱਕ ਉਹਨਾਂ ਨੇ ਕਦੇ ਰੋਕਿਆ ਨਹੀਂ ਮੈਨੂੰ ਕੋਈ ਚੰਗਾ ਕੰਮ ਕਰਨ ਤੋਂ ਇੱਕ ਵਾਰ ਵੀ ਨਹੀਂ ਉਹਨਾਂ ਨੇ ਕਿਹਾ ਉਸ ਕੇਸ 'ਚ ਵੀ ਤੂੰ ਚੈਕਿੰਗ ਕਿਉਂ ਕੀਤੀ ਜਾਂ ਕਿਉਂ ਤੁਸੀਂ ਚੈਕਿੰਗ ਨਹੀਂ ਕਰਨੀ ਸਗੋਂ ਉਲਟਾ ਉਹਨਾਂ ਨੇ ਫੋਕਸ ਕੀਤਾ ਉਸ 'ਚ ਕਿ ਹਾਂ ਡਾਕਟਰਸ ਹਾਜ਼ਰ ਹੋਣੇ ਚਾਹੀਦੇ ਨੇ ਤੇ ਆ ਜਿਹੜਾ ਮੈਂ ਪਾਇਲਟ ਪ੍ਰੋਜੈਕਟ ਲੈ ਕੇ ਗਈ ਮਤਲਬ ਮੈਂ ਫਾਈਲ ਰੱਖੀ ਉਹ ਕਹਿੰਦੇ ਬਸ ਸਾਈਨ ਕਰਕੇ ਕੀ ਹੋ ਗਿਆ So I don't think so ਇਸ ਤੋਂ ਜ਼ਿਆਦਾ cooperation ਦੀ ਲੋੜ ਹੈ of course because I have the chief minister and the deputy CM with me I know I'll make a difference because I'm talking for the people you know in broad sense the health of the people and we are going to do good ਉਹਦੇ ਵਿੱਚ ਹੈਲਥ ਮਿਨਿਸਟਰ ਸਾਹਿਬ ਦਾ ਵੀ ਨਾਮ ਆਉਂਦਾ ਹੈ ਦੇਖੋ ਨਾਮ ਤਾਂ ਉਹਨਾਂ ਦਾ ਹੀ ਵੱਜੇਗਾ CPS ਦਾ ਤਾਂ ਵੱਜੇਗਾ ਨਹੀਂ ਚਲਿਏ ਬਹੁਤ ਬਹੁਤ ਧੰਨਵਾਦ ਨਵਜੋਤ ਜੀ ਸਾਡੇ ਨਾਲ ਸਮਾਂ ਸਾਡੇ ਲਈ ਕੱਢਣ ਲਈ ਤੇ ਲੋਕਾਂ ਨੂੰ ਜਾਣੂ ਕਰਾਉਣ ਲਈ ਉਮੀਦ ਕਰਾਂਗੇ ਨਵਜੋਤ ਕੌਰ ਸਿੱਧੂ ਹੋਣਾ ਦਾ ਨਜ਼ਰੀਆ ਤੁਸੀਂ ਸਮਝ ਪਾਏ ਹੋਗੇ ਸਿਹਤ ਸੇਵਾਵਾਂ ਪੰਜਾਬ ਵਿੱਚ ਬਿਹਤਰ ਹੋਣ ਟੀਚਾ ਉਹ ਹੈਗਾ ਟਾਰਗੇਟ ਉਹ ਹੈਗਾ ਉਸਨੂੰ ਕਿਵੇਂ ਅਚੀਵ ਕਰਨਾ ਇਸ ਦੀ ਫਾਈਨਲ ਪੁਆਇੰਟਸ ਇਸ ਡਿਸਕਸ਼ਨ ਵਿੱਚ ਸਾਹਮਣੇ ਆਏ ਹੈਗੇ ਨੇ ਵਾਂਸ ਅਗੇਨ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਟੂਡੀਓ ਵਿੱਚ ਆਉਣ ਲਈ ਸਮਾਂ ਕੱਢਣ ਲਈ ਉਮੀਦ ਕਰਾਂਗੇ ਦਰਸ਼ਕਾਂ ਨੂੰ ਇਹ ਗੱਲਬਾਤ ਪਸੰਦ ਜ਼ਰੂਰ ਆਈ ਹੋਗੀ feedback@ptcnetwork.tv ਤੇ ਸਾਨੂੰ ਆਪਣੇ ਵਿਚਾਰ ਮੇਲ ਬੈਕ ਕਰੋ ਬ੍ਰੇਕ ਤੋਂ ਬਾਅਦ ਸਾਡੇ ਨਾਲ ਖਬਰਾਂ ਲਈ ਬਨੇ ਰਹੋ ਧੰਨਵਾਦ